ਸੋ ਉਹਨਾਂ ਨੇ ਮੈਨੂੰ ਕਾਫੀ ਇਨਸਾਈਟ ਦਿੱਤੀ ਕਿਵੇਂ ਮੂਸੇਵਾਲਾ ਚੰਡੀਗੜ੍ਹ ਆਉਂਦੇ ਸੀ ਤੇ ਉਹ ਰਾਤ ਨੂੰ ਘੁੰਮਦੇ ਸੀਗੇ ਸਕੂਟਰ ਤੇ। ਬਿਕੋਜ਼ ਤੁਹਾਡੇ ਥਰੂ ਪਹਿਲੀ ਵਾਰੀ ਦੱਸ ਰਹੇ ਕਿ ਮੂਸੇਵਾਲਾ ਦੀ ਰਾਈਜ਼ ਵਿੱਚ ਤੇ ਉਹਨਾਂ ਦੇ ਮਰਡਰ ਵਿੱਚ, ਕਿਉਂਕਿ ਉਹ ਪਿਸਤੌਲ ਉਹਨਾਂ ਨੇ ਉਸ ਤੋਂ ਪਹਿਲਾਂ ਕਦੀ ਨਹੀਂ ਯੂਜ਼ ਕੀਤੀ ਜੀ, ਉਸ ਤੋਂ ਬਾਅਦ ਕਦੀ ਨਹੀਂ ਯੂਜ਼ ਕੀਤੀ। ਉਹਨਾਂ ਕੋਲ ਹਮੇਸ਼ਾ ਐਜ਼ ਅ ਜਰਨਲਿਸਟ ਮੈਂ ਫੈਕਟਸ ਤੋਂ ਪਰਾਂ ਨਹੀਂ ਹੋ ਸਕਦਾ। ਫੈਕਟਸ ਚੁੱਭ ਸਕਦੇ ਨੇ, ਉਹ ਕੌੜੇ ਹੋ ਸਕਦੇ ਨੇ, ਪਰ ਉਹ ਤਾਂ ਬੋਲਣਾ ਹੀ ਪੈਣਗੇ ਨਾ। ਤੇ ਉਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ, ਘਰ ਦੇ ਮੰਨਦੇ ਨਹੀਂ ਹੈਗੇ ਤੇ ਉਹ ਫਿਰ ਸੀਕ੍ਰੇਟਲੀ ਵਿਆਹ ਕਰਵਾ ਲੈਂਦੇ ਨੇ। ਇੱਕ ਇਹੋ ਜਿਹੇ ਪੁਲਿਸ ਅਫਸਰ ਕੋਲ ਰਿਕਾਰਡ ਸੀ ਜਿਸ ਨੇ ਮੇਰੇ ਤੇ 15 ਸਾਲ ਪਹਿਲਾਂ ਡੈਫੇਮੇਸ਼ਨ ਦਾ ਕੇਸ ਕੀਤਾ ਸੀ। ਸੋ ਉਸ ਬੰਦੇ ਦੇ ਕੋਲ ਸਾਰਾ ਰਿਕਾਰਡ ਸੀ। ਸੋ ਉੱਧਰ ਬੂਮ ਵੀ ਆਉਂਦਾ ਹੈ ਤੇ ਉੱਧਰ ਡਰੱਗ ਮਨੀ ਵੀ ਸਡਨਲੀ। ਮੈਂ ਸਿੱਧੂ ਮੂਸੇਵਾਲਾ ਜੀ ਨੂੰ ਇਸ ਤੋਂ ਪਹਿਲਾਂ ਨਹੀਂ ਸੀ ਮਿਲਿਆ, ਮੈਂ ਥੋੜ੍ਹੇ ਬਹੁਤ ਗਾਣੇ ਸੁਣੇ ਸੀਗੇ। ਐਜ਼ ਅ ਕ੍ਰਾਈਮ ਰਿਪੋਰਟਰ ਮੈਂ ਉਹਨਾਂ ਦੇ ਜਿਹੜੀਆਂ ਉਹਨਾਂ ਤੇ FIRs ਹੋਈਆਂ ਸੀ ਉਹ ਜ਼ਰੂਰ ਰਿਪੋਰਟ ਕੀਤੀਆਂ ਸੀ। ਜਿਸ ਦਿਨ ਮਰਡਰ ਹੁੰਦਾ ਹੈਗਾ, ਮੇਰੀ ਫੁੱਲ ਜਿਹੜੀ ਐਕਟਿਵ ਐਂਟਰੀ ਹੈਗੀ ਹੈ ਉਸ ਸੀਨ ਦੇ ਵਿੱਚ, ਉਹ ਮਰਡਰ ਵਾਲੇ ਦਿਨ ਨਹੀਂ ਹੁੰਦੀ ਹੈ ਜੀ, 29 ਮਈ। ਫਿਰ ਉਹਨਾਂ ਦੇ ਫਰੈਂਡ ਸੀਗੇ ਜਿਹੜੇ ਉਹਨਾਂ ਤੋਂ 1 ਸਾਲ ਅੱਗੇ ਸੀਗੇ ਮਾਨਸਾ ਸਕੂਲ ਵਿੱਚ, ਤੇ ਕਬੱਡੀ ਖੇਡਦੇ ਸੀਗੇ। ਸੋ ਐਵੇਂ GNE ਦੇ ਮੈਂ ਕਾਫੀ ਪ੍ਰੋਫੈਸਰਸ ਨਾਲ ਗੱਲ ਕੀਤੀ। ਇਨਫੈਕਟ ਤਾਂ ਕਿਤਾਬ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਸਿੱਧੂ ਮੂਸੇਵਾਲਾ ਨੂੰ ਜਿਹੜੇ ਉਹਦੇ ਫੈਨ ਸੀਗੇ ਉਹਨਾਂ ਦਾ ਇੰਨਾ ਕੀ ਪਾਗਲਪਨ ਸੀਗਾ। ਮੈਂ ਜਿਨ੍ਹਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਮੈਨੂੰ ਇੱਕ ਗੱਲ ਇਹ ਜ਼ਰੂਰ ਕਹੀ ਕਿ ਮੂਸੇਵਾਲਾ, ਇੱਕ ਗੱਲ ਜੋ ਬਿਲਕੁਲ ਸਾਹਮਣੇ ਆਈ ਹੈਗੀ ਹੈ ਕਿ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਵਿੱਚ ਓਨੈਸਟੀ ਨਹੀਂ। ਸੋ ਮੂਸੇਵਾਲੇ ਨਾਲ ਵੀ ਇਹੀ ਹੋਇਆ ਜਦੋਂ ਕੈਨੇਡਾ ਗਿਆ। ਬਲਕੌਰ ਜੀ ਨਾਲ ਜਦੋਂ ਮੇਰੀ ਗੱਲ ਹੋਈ, ਮੈਨੂੰ 48 ਘੰਟੇ 'ਚ ਹੀ ਪਤਾ ਚੱਲ ਗਿਆ ਕਿ ਮੈਂ ਇਨਫੈਕਟ ਕਿਤਾਬ ਛਪਣ ਤੋਂ ਬਾਅਦ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਮੈਂ ਕੰਟੈਕਟ ਕੀਤਾ ਸੀ ਪਰ ਉਹ ਮੁੱਕਰ ਗਏ ਸੀਗੇ, ਉਹ ਹੁਣ ਮੈਨੂੰ ਫੋਨ ਕਰਕੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੱਤੀ। ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ ਤੇ ਚੈਨਲ ਸਤਰੰਗ ਤੇ ਤੁਸੀਂ ਮੇਰੇ ਨਾਲ ਵੇਖ ਰਹੇ ਹੋ ਸ਼ੋਅ ਗੱਲਾਂ ਚੋਂ ਗੱਲ। ਤੇ ਗੱਲਾਂ ਚੋਂ ਗੱਲ ਸ਼ੋਅ ਦੇ ਵਿੱਚ ਅਸੀਂ ਹਰ ਵਾਰ ਇੱਕ ਨਵੇਂ ਟੌਪਿਕ ਤੇ ਗੱਲ ਕਰੀਦੀ ਹੈ ਜਾਂ ਕਿਸੇ ਨਾ ਕਿਸੇ ਨਾਲ ਤੁਹਾਨੂੰ ਮਿਲਵਾਈਦਾ ਤੇ ਉਹਨਾਂ ਨਾਲ ਡਿਸਕਸ ਕਰੀਦਾ ਕੋਈ ਨਾ ਕੋਈ ਹੋਰ ਟੌਪਿਕ। ਤੇ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ ਕ੍ਰਾਈਮ ਰਿਪੋਰਟਿੰਗ ਦੇ ਬਾਰੇ। ਤੇ ਸਿੱਧੂ ਮੂਸੇਵਾਲਾ ਇੱਕ ਬਹੁਤ ਵੱਡੀ ਸ਼ਖਸੀਅਤ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਨਾਮ ਕਮਾਇਆ ਤੇ ਅੱਜ ਵੀ ਉਹਨਾਂ ਦੇ ਜਸਟਿਸ ਦੇ ਲਈ ਉਹਨਾਂ ਦਾ ਪਰਿਵਾਰ ਲੜ ਰਿਹਾ, ਉਹਨਾਂ ਦੇ ਚਾਹੁਣ ਵਾਲੇ ਉਹ ਵੀ ਮੰਗ ਕਰ ਰਹੇ ਨੇ ਕਿ ਜਸਟਿਸ ਮਿਲੇ। ਸੋ ਉਹਨਾਂ ਉੱਤੇ ਇੱਕ ਹੁਣ ਪਿਛਲੇ ਦਿਨ ਇੱਕ ਬੁੱਕ ਲਿਖੀ ਗਈ ਹੈ, ਹੂ ਕਿਲਡ ਮੂਸੇਵਾਲਾ, ਜੋ ਕਿ ਟ੍ਰਿਬਿਊਨ ਦੇ ਕ੍ਰਾਈਮ ਰਿਪੋਰਟਰ ਨੇ ਜੁਪਿੰਦਰਜੀਤ ਸਿੰਘ ਜੀ, ਉਹਨਾਂ ਨੇ ਲਿਖੀ ਹੈ। ਸੋ ਅੱਜ ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲੇ ਦੇ ਬਾਰੇ, ਉਹਨਾਂ ਦੀ ਬੁੱਕ ਹੂ ਕਿਲਡ ਮੂਸੇਵਾਲਾ ਦੇ ਬਾਰੇ, ਅਤੇ ਕ੍ਰਾਈਮ ਰਿਪੋਰਟਿੰਗ ਕੀ ਹੈਗੀ ਹੈ ਤੇ ਕਿੱਦਾਂ ਦੇ ਚੈਲੰਜਸ ਇਸ ਲਾਈਨ ਦੇ ਵਿੱਚ ਹੁੰਦੇ ਨੇ। ਸੋ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸੋ ਆਓ ਸਵਾਗਤ ਕਰਦੇ ਹਾਂ ਉਹਨਾਂ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ। ਲਾਈਫ ਠੀਕ ਠਾਕ? ਮੂਸੇਵਾਲਾ ਦੇ ਕਿਲਿੰਗ ਤੋਂ ਬਾਅਦ ਕਾਫੀ ਹੈਕਟਿਕ ਰਹੀ ਹੈ ਜੀ, ਬਿਕੋਜ਼ ਉਸਨੂੰ ਕਵਰ ਕਰ ਰਹੇ ਸੀ ਐਜ਼ ਕ੍ਰਾਈਮ ਰਿਪੋਰਟਰ ਜੀ। ਫਿਰ ਉਹਨਾਂ ਦੀ ਕਿਤਾਬ ਦੀ ਮੈਂ ਰਿਸਰਚ ਕਰ ਰਿਹਾ ਸੀ। ਕਿਤਾਬ ਛਪਣ ਤੋਂ ਬਾਅਦ ਉਸ ਤੋਂ ਬਾਅਦ ਜੋ ਉਹਨਾਂ ਦੇ ਫੈਨਸ ਦਾ ਪਿਆਰ ਆਇਆ ਹੈ ਐਂਡ ਜੋ ਕਾਫੀ ਰਿਸਪੌਂਸ ਆਇਆ ਅੱਛਾ, ਉਸ ਕਰਕੇ ਥੋੜਾ ਜਿਹਾ ਐਗਜ਼ੌਸਟਿਡ ਵੀ ਹੈਗਾ ਤੇ ਮਤਲਬ ਆਈ ਕੈਨ ਸੇ ਕਿ ਇਟਸ ਓਕੇ। ਬਟ ਫਿਰ ਵੀ ਜਿਹੜੇ ਹਾਲਾਂਕਿ ਚਲੋ ਪਰਿਵਾਰ ਨੂੰ ਅਜੇ ਤੱਕ ਹੈ ਨਾ ਇਨਸਾਫ ਨਹੀਂ ਮਿਲਿਆ ਹੈਗਾ, ਉਹ ਅਜੇ ਤੱਕ ਜਸਟਿਸ ਦੀ ਮੰਗ ਕਰ ਰਹੇ ਨੇ ਸਰਕਾਰਾਂ ਵੱਲੋਂ, ਤੇ ਫੈਨਸ ਨੂੰ ਵੀ ਬੜੀ ਉਡੀਕ ਹੈਗੀ ਹੈ ਬੜੇ, ਕਿਉਂਕਿ ਸਰਕਾਰ ਤੋਂ ਬਹੁਤ ਜ਼ਿਆਦਾ ਹੈ ਨਾ ਹੁੰਦੀਆਂ ਉਮੀਦਾਂ ਕਿ ਜਲਦ ਤੋਂ ਜਲਦ ਜਿਹੜਾ ਇਨਸਾਫ ਮਿਲੇ। ਔਰ ਸਿੱਧੂ ਮੂਸੇਵਾਲਾ ਇੱਕ ਆਮ ਇਨਸਾਨ ਨਹੀਂ ਸੀਗਾ, ਉਹ ਇੱਕ ਆਮ ਹੋ ਕੇ ਬਹੁਤ ਵੱਡਾ ਇਨਸਾਨ ਸੀਗਾ ਜਿਹਦਾ ਕਿ ਬਹੁਤ ਵੱਡਾ ਇੱਕ ਰੁਤਬਾ ਸੀਗਾ ਹੈ ਨਾ। ਅੱਜ ਵੀ ਲੋਕ ਉਹਦੇ ਇਨਸਾਫ ਦੀ ਇਸੇ ਕਰਕੇ ਮੰਗ ਕਰ ਰਹੇ ਨੇ ਕਿ ਸ਼ਾਇਦ ਜੇ ਉਸ ਇਨਸਾਨ ਨੂੰ ਇਨਸਾਫ ਨਹੀਂ ਮਿਲ ਪਾਏਗਾ ਤਾਂ ਆਮ ਲੋਕ ਕਿੱਥੇ ਸੇਫ ਹੋਣਗੇ ਹੈ ਨਾ। ਸੋ ਤੁਸੀਂ ਇਸ ਬੁੱਕ ਦੇ ਵਿੱਚ ਬਹੁਤ ਕੁਝ ਬਿਆਨ ਕੀਤਾ, ਬਟ ਆਪਾਂ ਇਸ ਬੁੱਕ ਤੇ ਆਉਣ ਤੋਂ ਪਹਿਲਾਂ ਆਪਾਂ ਗੱਲਾਂ ਬਾਤਾਂ ਕੁਝ ਹੋਰ ਕਰਾਂਗੇ ਤੁਹਾਡੀ ਲਾਈਫ ਬਾਰੇ, ਨਿੱਜੀ ਲਾਈਫ ਬਾਰੇ, ਕਿ ਐਜ਼ ਅ ਕ੍ਰਾਈਮ ਰਿਪੋਰਟਰ ਤੁਸੀਂ ਹੈ ਨਾ ਹੁਣ ਇਸ ਟਾਈਮ ਟ੍ਰਿਬਿਊਨ ਦੇ ਵਿੱਚ ਕੰਮ ਕਰ ਰਹੇ ਹੋ, ਤੇ ਪਹਿਲਾਂ ਕਿੱਥੇ ਕੰਮ ਕੀਤਾ ਔਰ ਕਿਵੇਂ ਇਸ ਲਾਈਨ ਦੇ ਵਿੱਚ ਜਿਹੜਾ ਆਏ, ਤੇ ਕਿੱਦਾਂ ਦੀ ਲਾਈਫ ਜਿਹੜੀ ਹੈਗੀ ਹੈ, ਸੰਘਰਸ਼ ਕਿੱਦਾਂ ਦਾ ਰਿਹਾ, ਬਹੁਤ ਚੈਲੰਜਿੰਗ ਲਾਈਫ ਰਹਿੰਦੀ ਹੈ ਇਸ ਦੇ ਵਿੱਚ ਹੈ ਨਾ। ਸੋ ਸਾਰੀਆਂ ਗੱਲਾਂ ਬਾਤਾਂ ਅੱਜ ਕਰਾਂਗੇ। ਸੋ ਪਹਿਲਾਂ ਤਾਂ ਮੈਂ ਕਹੂੰਗਾ ਜੁਪਿੰਦਰਜੀਤ ਸਿੰਘ ਜੀ ਜਿਹੜੀ ਲਾਈਫ ਹੈਗੀ ਹੈ, ਉਹ ਐਜ਼ ਅ ਕ੍ਰਾਈਮ ਰਿਪੋਰਟਰ ਸ਼ੁਰੂ ਤੋਂ ਇੱਛਾ ਸੀਗੀ ਕਿ ਮੈਂ ਇੱਕ ਪੱਤਰਕਾਰ ਬਣਨਾ, ਸੋ ਇਹ ਕਿੱਦਾਂ ਸਾਰਾ ਕੁਝ ਬਣਿਆ? ਬਿਲਕੁਲ, ਮੇਰਾ ਸ਼ੁਰੂ ਤੋਂ ਲਿਖਣ ਪੜ੍ਹਨ ਦਾ ਬਹੁਤ ਸ਼ੌਂਕ ਸੀਗਾ ਤੇ ਮੇਰਾ ਜਿੰਨਾ ਵੀ ਸਰਕਲ ਸੀ ਉਹਦੇ 'ਚ ਮੈਂ ਇਕੱਲਾ ਹੀ ਲੜਕਾ ਸੀਗਾ ਜਿਸ ਨੇ ਕਿ ਸੈਂਟਰਲ ਲਾਇਬ੍ਰੇਰੀ ਪਟਿਆਲੇ ਦਾ ਮੈਂਬਰ ਬਣਿਆ ਸੀ ਜੀ। ਸੋ ਮੇਰੇ ਇਮੀਡੀਏਟ ਸਰਕਲ ਦੇ ਜੋ ਬੜੀ ਵੱਡੀ ਗੱਲ ਸੀ ਜੀ ਕਿ ਇਹ ਲਾਇਬ੍ਰੇਰੀ ਦਾ ਮੈਂਬਰ ਬਣਿਆ। ਉਹਨਾਂ ਸੋਚਦੇ ਸੀ ਮੈਂ ਜਾ ਕੇ ਕਾਮਿਕਸ ਪੜ੍ਹਾਂਗਾ, ਪਤਾ ਨਹੀਂ ਕੀ ਕਰਾਂਗਾ, ਜੋ ਕਿ ਮੈਂ ਪੜ੍ਹਦਾ ਵੀ ਸੀ। ਬੱਚਾ ਤਾਂ ਕਾਮਿਕਸ ਹੀ ਪੜ੍ਹੇਗਾ,
ਸੋ ਮੈਂ ਪਟਿਆਲੇ ਦਾ ਜੰਮਪਲ ਹਾਂ ਜੀ, ਪਰ ਮੇਰਾ ਜੱਦੀ ਪਿੰਡ ਖਾਲੜਾ ਆ ਅੰਮ੍ਰਿਤਸਰ ਵਿੱਚ, ਹੁਣ ਤਰਨਤਾਰਨ ਜ਼ਿਲ੍ਹਾ ਹੈਗਾ। ਤੇ ਮੇਰੇ ਡੈਡ ਵਾਲੀਬਾਲ ਕੋਚ ਰਿਟਾਇਰ ਹੋਏ ਨੇ 2 ਸਾਲ ਪਹਿਲਾਂ, ਉਹ ਸਾਨੂੰ ਛੱਡ ਕੇ ਗਏ ਨੇ। ਮੇਰੇ ਮਦਰ ਹੈਗੇ ਨੇ ਤੇ ਮੇਰੇ ਮਦਰ ਨੂੰ ਬ੍ਰੇਨ ਸਟ੍ਰੋਕ ਹੋਇਆ, ਉਹ ਘਰ ਹੀ ਨੇ ਤੇ ਜੋ ਵੀ ਉਹਨਾਂ ਦੀ ਸੇਵਾ ਹੁੰਦੀ ਦੀ ਉਹ ਕਰੀਦੀ ਹੈ ਜੀ। ਮੇਰੀ ਵਾਈਫ ਹੈ, ਉਹ ਸੀਨੀਅਰ ਅਸਿਸਟੈਂਟ ਐਡੀਟਰ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ ਜੀ। ਤੇ ਮੈਨੂੰ ਕੋਈ 25 ਸਾਲ ਦਾ ਐਕਸਪੀਰੀਅੰਸ ਹੋ ਗਿਆ ਜੀ ਜਰਨਲਿਜ਼ਮ ਦੇ ਵਿੱਚ, ਜਿਸ 'ਚ ਮੈਂ ਜ਼ਿਆਦਾਤਰ ਪੀਰੀਅਡ ਕ੍ਰਾਈਮ ਰਿਪੋਰਟਿੰਗ ਕੀਤੀ ਹੈਗੀ ਹੈ। ਮੈਨੂੰ ਬਹੁਤ ਜ਼ਿਆਦਾ ਸ਼ੁਰੂ ਤੋਂ ਫੈਸੀਨੇਸ਼ਨ ਸੀਗੀ ਅਬਾਊਟ ਕ੍ਰਾਈਮ ਰਿਪੋਰਟਿੰਗ। ਸ਼ਾਇਦ ਬਿਕੋਜ਼ ਇੱਕ ਰਾਈਟਰ ਬੈਂਟ ਆਫ ਮਾਈਂਡ ਸੀਗਾ। ਕ੍ਰਾਈਮ ਰਿਪੋਰਟਿੰਗ ਤੁਹਾਨੂੰ ਇੱਕ ਮੌਕਾ ਦਿੰਦੀ ਹੈ ਹਿਊਮੈਨਿਟੀ ਨੂੰ ਅੰਡਰਸਟੈਂਡ ਕਰਨ ਦਾ, ਕਿਉਂਕਿ ਕ੍ਰਾਈਮ ਰਿਪੋਰਟਿੰਗ ਦੇ ਵਿੱਚ ਤੁਸੀਂ ਜਿਹੜੇ ਐਕਸਟ੍ਰੀਮ ਇਮੋਸ਼ਨਸ ਨੇ, ਐਕਸਟ੍ਰੀਮ ਕੈਰੈਕਟਰਸ ਨੇ, ਉਹਨਾਂ ਨੂੰ ਮਿਲਦੇ ਹੋ, ਚਾਹੇ ਉਹ ਪੁਲਿਸਮੈਨ ਹੈ, ਚਾਹੇ ਉਹ ਕ੍ਰਿਮੀਨਲ ਹੈ, ਚਾਹੇ ਉਹ ਵਿਕਟਿਮ ਹੈ। ਸੋ ਉਸ ਕਰਕੇ ਮੈਨੂੰ ਫੈਸੀਨੇਟ ਕਰਦਾ ਸੀ। ਮੇਰੀ ਹਮੇਸ਼ਾ ਇਹ ਰਹਿੰਦਾ ਸੀ ਕਿ ਮੈਂ ਜੋ ਹਿਊਮਨ ਬੀਇੰਗਸ ਆ ਉਹਨਾਂ ਨੂੰ ਅੰਡਰਸਟੈਂਡ ਕਰਾਂ। ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਮੇਰੀ ਇੱਛਾ ਹੁੰਦੀ ਵੀ ਮੈਂ ਤੁਹਾਨੂੰ ਅੰਡਰਸਟੈਂਡ ਕਰਾਂ ਐਂਡ ਜੱਜ ਨਾ ਕਰਾਂ, ਅੰਡਰਸਟੈਂਡ ਕਰਾਂ। ਸੋ ਇਹ ਮੇਰੇ ਇਨਹੈਰੈਂਟ ਸੀਗਾ ਸਮਥਿੰਗ। ਸੋ ਫਿਰ ਕੁਛ ਮੈਨੂੰ ਹੱਲਾਸ਼ੇਰੀ ਮਿਲੀ, ਕੁਝ ਸਕੂਲ ਦੇ ਕੰਪੀਟੀਸ਼ਨਸ ਦੇ ਵਿੱਚ ਮੈਨੂੰ ਇਨਾਮ ਮਿਲੇ, ਕੁਛ ਮੇਰੇ ਲਵ ਲੈਟਰਸ ਬਹੁਤ ਸਕਸੈਸਫੁਲ ਹੋਈਆਂ। ਸੋ ਮੇਰੇ ਫਰੈਂਡਸ ਕਹਿੰਦੇ ਯਾਰ ਤੂੰ ਲਿਖਿਆ ਕਰ। ਸੋ ਲਿਖਦਾ ਰਿਹਾ, ਕੁਛ ਪੋਇਟਰੀ ਵਗੈਰਾ ਲਿਖਦਾ ਰਿਹਾ, ਕੁਛ ਇੱਥੇ ਤੇ ਇੱਧਰ ਉੱਧਰ ਕਿਤੇ ਛਪ ਜਾਂਦੀ ਸੀ ਜੀ, ਕੁਛ ਆਰਟੀਕਲ ਛਪ ਜਾਂਦੇ ਸੀ। ਸੋ ਫਿਰ ਜਰਨਲਿਜ਼ਮ ਦੀ ਡਿਗਰੀ ਕਰ ਲਈ ਅਤੇ ਇੰਡੀਅਨ ਐਕਸਪ੍ਰੈਸ ਤੋਂ ਸ਼ੁਰੂ ਕੀਤਾ ਪਟਿਆਲੇ। ਥੋੜ੍ਹੀ ਦੇਰ ਹਿੰਦੁਸਤਾਨ ਟਾਈਮਸ ਦਾ ਇੱਕ ਆਉਂਦਾ ਸੀਗਾ ਵੀਕਲੀ ਰੀਜਨ ਸਕੈਨ, ਉਹਦੇ 'ਚ ਕੰਮ ਕੀਤਾ। ਫਿਰ ਟ੍ਰਿਬਿਊਨ 'ਚ ਕੀਤਾ ਜੀ। ਫਿਰ ਸੋ ਟ੍ਰਿਬਿਊਨ ਵਿੱਚ ਮੈਂ 1998 ਤੋਂ ਹੈਗਾ, 25 ਸਾਲ ਹੋ ਗਏ ਨੇ ਜੀ। ਮੈਂ ਪਟਿਆਲੇ ਤੋਂ ਸ਼ੁਰੂ ਕੀਤਾ, ਲੁਧਿਆਣੇ ਤੋਂ ਮੈਨੂੰ ਕ੍ਰਾਈਮ ਰਿਪੋਰਟਿੰਗ ਐਕਚੁਅਲ 'ਚ ਮੈਂ ਸਿੱਖੀ ਉੱਥੇ ਜਾ ਕੇ, ਕਿਉਂਕਿ ਉੱਥੇ ਮੇਰੀ ਮੇਨ ਬੀਟ ਲੁਧਿਆਣਾ ਦੇ ਵਿੱਚ ਕ੍ਰਾਈਮ ਬੀਟ ਸੀਗੀ ਤੇ ਉੱਥੇ ਕਈ ਸੀਨੀਅਰ ਜਰਨਲਿਸਟ ਸੀ ਜਿਨ੍ਹਾਂ ਨੇ ਬੜਾ ਕੁਝ ਸਿਖਾਇਆ। ਕਿਹੜਾ ਇੱਕ ਇਨਸੀਡੈਂਟ ਜਿਹਨੇ ਮਤਲਬ ਕਿ ਬੇਸਿਕਲੀ ਇਸ ਪਾਸੇ ਨੂੰ ਮੋੜ ਦਿੱਤਾ ਹੈ ਨਾ ਕ੍ਰਾਈਮ ਰਿਪੋਰਟਿੰਗ 'ਚ ਕੁਝ ਇਨਸੀਡੈਂਟ ਨਹੀਂ ਸੀ ਹੋਇਆ। ਉਹਦੇ ਵਿੱਚ ਇਹ ਸੀਗਾ ਕਿ ਮੈਂ ਕਾਫੀ ਆਊਟਗੋਇੰਗ ਸੀਗਾ ਤੇ ਜਦੋਂ ਮੈਂ ਲੁਧਿਆਣੇ ਗਿਆ ਤੇ ਮੇਰੇ 'ਚ ਇੱਛਾ ਸੀ। ਸ਼ਾਇਦ ਮੇਰੇ ਉਦੋਂ ਜਿਹੜੇ ਇੰਚਾਰਜ ਸੀ ਉਹਨਾਂ ਨੂੰ ਲੱਗਿਆ ਕਿ ਮੈਂ ਜਸਟਿਸ ਕਰ ਸਕਦਾ, ਤਾਂ ਉਹਨਾਂ ਨੇ ਮੈਨੂੰ ਕ੍ਰਾਈਮ ਰਿਪੋਰਟਿੰਗ ਦੇ ਦਿੱਤੀ। ਤੇ ਹਾਂਜੀ, ਉਸ ਤੋਂ ਬਾਅਦ ਫਿਰ ਉੱਥੇ ਕਾਫੀ, ਲੁਧਿਆਣਾ ਦਾ ਕ੍ਰਾਈਮ ਕੈਪੀਟਲ ਹੈ, ਇਕੱਲੀ ਫਾਈਨੈਂਸ਼ੀਅਲ ਕੈਪੀਟਲ ਨਹੀਂ ਹੈ। ਅਵਤਾਰ ਸਿੰਘ ਗੋਲੀकांड ਹੋਇਆ ਜਿਸ 'ਚ ਪੁਲਿਸ ਕੈਡ ਗੁਰਮੀਤ ਪਿੰਕੀ ਨੂੰ ਸਜ਼ਾ ਵੀ ਹੋਈ ਹੈਗੀ ਹੈ। ਉੱਥੇ ਬਹੁਤ ਸਾਰੇ ਇੰਸੀਡੈਂਟਸ ਹੋਏ ਨੇ। ਮਤਲਬ ਲੁਧਿਆਣੇ ਦੇ ਵਿੱਚ ਤਾਂ ਤੁਸੀਂ ਸੋਚਦੇ ਸੀ ਵੀ ਯਾਰ ਘਰ ਜਾ ਕੇ 5 ਮਿੰਟ ਬੈਠਦੇ ਹੋ ਤੁਹਾਨੂੰ ਫੇਰ ਜਾਣਾ ਪੈਂਦਾ ਸੀ। ਕਾਫੀ ਕੁਝ ਹੋਇਆ। ਫਿਰ ਉਸ ਤੋਂ ਮੈਂ ਰਾਜਸਥਾਨ ਗਿਆ ਜੀ 1 ਸਾਲ। ਮੈਂ ਟ੍ਰਿਬਿਊਨ ਦਾ ਪਹਿਲਾ ਸਟੇਟ ਕੋਰਸਪੋਂਡੈਂਟ ਸੀਗਾ ਰਾਜਸਥਾਨ ਦੇ ਵਿੱਚ। ਐਂਡ ਫਿਰ ਉਸ ਤੋਂ ਬਾਅਦ 3 ਸਾਲ ਕਸ਼ਮੀਰ ਜੀ, ਜੰਮੂ ਕਸ਼ਮੀਰ। ਸੋ ਜੰਮੂ ਕਸ਼ਮੀਰ ਬਿਲਕੁਲ ਹੀ ਡਿਫਰੈਂਟ ਸੀਗਾ। ਲੇਹ ਲਦਾਖ ਦਾ ਕਲਾਊਡ ਬਰਸਟ ਵੀ ਕੀਤਾ ਜੀ। ਫਿਰ ਵਾਪਸ ਬਠਿੰਡੇ ਮਾਲਵਾ ਐਡੀਸ਼ਨ ਟ੍ਰਿਬਿਊਨ ਦਾ ਹੈਡ ਕੀਤਾ ਜੀ ਮੈਂ, ਜੋ ਮਾਲਵਾ ਰੀਜਨ ਦਾ ਇੱਕ ਅਲੱਗ ਐਡੀਸ਼ਨ ਹੈ ਜਿਹਦੀ ਬਠਿੰਡੇ ਤੋਂ ਪ੍ਰਿੰਟ ਹੁੰਦਾ ਸੀ। ਤੇ ਇਹਦੇ ਨਾਲ ਮਤਲਬ ਕਿ ਅਖਬਾਰ ਦੇ ਲਈ ਲਿਖਦੇ ਹੈ ਨਾ, ਉਸ ਤੋਂ ਬਾਅਦ ਤੁਸੀਂ ਆਪਣੀਆਂ, ਜੇ ਆਪਾਂ ਗੱਲ ਕਰੀਏ ਹੂ ਕਿਲਡ ਮੂਸੇਵਾਲਾ ਜਿਹੜੀ ਬੁੱਕ ਹੈਗੀ ਉਹ ਤੁਹਾਡੀ 6ਵੀਂ ਬੁੱਕ ਹੈਗੀ ਹੈ। ਇਸ ਤੋਂ ਪਹਿਲਾਂ ਤੁਸੀਂ 5 ਬੁੱਕਸ ਹੋਰ ਲਿਖ ਚੁੱਕੇ ਹੋ ਹੈ ਨਾ। ਸੋ ਉਹਨਾਂ ਬਾਰੇ ਉਹ ਥੋਟਸ ਕਿੱਦਾਂ ਆਏ ਤੇ ਉਹ ਸਾਰੀਆਂ ਉਹਨਾਂ ਦੀ ਇਨਸਪੀਰੇਸ਼ਨ ਕਿੱਥੋਂ ਮਿਲੀ? ਜੀ ਕਿਹੜੀਆਂ ਬੁੱਕ ਸੀਗੀਆਂ ਉਹ ਸਾਰੇ ਜਿੰਨੇ ਵੀ ਸਾਡੇ ਦੇਖ ਰਹੇ ਦਰਸ਼ਕ ਨੇ ਉਹਨਾਂ ਨੂੰ ਸਾਰੀਆਂ ਚੀਜ਼ਾਂ, ਕਿਉਂਕਿ ਸਾਡੀ ਜਿਹੜੀ ਇੰਟਰਵਿਊ ਹੈਗੀ ਮੈਂ ਦੇਖਿਆ ਤੁਹਾਡੀਆਂ ਜਿਹੜੀਆਂ ਪਹਿਲੀਆਂ ਤੁਸੀਂ ਇੰਟਰਵਿਊਜ਼ ਕੀਤੀਆਂ ਉਹਨਾਂ ਵਿੱਚ ਬਹੁਤ ਸਾਰੀਆਂ ਗੱਲਾਂ ਸੁਣੀਆਂ ਹੈ ਨਾ। ਤੇ ਮੈਨੂੰ ਸੀਗਾ ਕਿ ਕੁਛ ਆਪਾਂ ਵੱਖ ਕਰੀਏ, ਕਿਉਂਕਿ ਉਹਨਾਂ ਇੰਟਰਵਿਊਜ਼ ਦੇ ਵਿੱਚ ਸਿਰਫ ਹੂ ਕਿਲਡ ਮੂਸੇਵਾਲਾ ਬੁੱਕ ਦੀ ਹੀ ਗੱਲ ਕੀਤੀ ਗਈ। ਇਸ ਬੁੱਕ ਬਾਰੇ ਸਾਰਾ ਕੁਝ ਦੱਸਿਆ ਗਿਆ, ਬਟ ਤੁਹਾਡੇ ਬਾਰੇ ਕੁਛ ਜ਼ਿਆਦਾ ਜਾਣਕਾਰੀ ਨਹੀਂ ਸੀਗੀ ਹੈ ਨਾ। ਇੱਕ ਕ੍ਰਾਈਮ ਰਿਪੋਰਟਰ ਦੀ ਲਾਈਫ ਬਾਰੇ, ਕਿਉਂਕਿ ਬਹੁਤ ਸਾਰੀਆਂ ਮਿਥਸ ਹੁੰਦੀਆਂ ਲੋਕਾਂ ਦੇ ਕਿ ਜਿਹੜੇ ਕ੍ਰਾਈਮ ਰਿਪੋਰਟਰਸ ਹੁੰਦੇ ਆ ਉਹਨਾਂ ਨੂੰ ਖੁਦ ਵੀ ਲਾਈਫ ਦੇ ਵਿੱਚ ਬਹੁਤ ਚੈਲੰਜਿਸ ਰਹਿੰਦੇ ਹੈ ਨਾ। ਬੜੀ ਔਖੀ ਲਾਈਫ ਹੁੰਦੀ ਹੈ ਉਹਨਾਂ ਦੀ ਪਰਸਨਲ ਲਾਈਫ ਵੀ, ਫੈਮਿਲੀ ਵਾਈਜ਼ ਵੀ ਅਗਰ ਕਹਿ ਲਈਏ ਹੈ ਨਾ, ਕਿਉਂਕਿ ਲਿੰਕਸ ਵੀ ਤੁਹਾਡੇ ਹਰ ਪਾਸੇ ਨਹੀਂ ਹੁੰਦੇ ਆ। ਅਗਰ ਤੁਹਾਡੀ ਗੱਲ ਕਹਿ ਦਈਏ ਕਿ ਇੱਕ ਪਾਸੇ ਚੰਗੇ ਬੰਦਿਆਂ ਦੇ ਨਾਲ ਲਿੰਕਸ ਹੈ ਤੇ ਦੂਜੇ ਪਾਸੇ ਕਿਤੇ ਨਾ ਕਿਤੇ ਕ੍ਰਿਮੀਨਲਸ ਦੇ ਨਾਲ ਵੀ ਬਹੁਤ ਸਾਰੇ ਮਿਥਸ ਹੁੰਦੇ ਆ ਬੇਸਿਕਲੀ। ਹੁਣ ਉਹ ਸਾਰੀਆਂ ਸੱਚੀਆਂ ਗੱਲਾਂ ਨੇ ਜਾਂ ਮਤਲਬ ਕਿ ਸਿਰਫ ਇੱਕ ਝੂਠੀਆਂ ਨੇ, ਇਹ ਸਾਰਾ ਕੁਝ? ਜ਼ਰੂਰ ਜੀ। ਮੇਰਾ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਮੈਨੂੰ ਲਿਖਣ ਦਾ ਸ਼ੌਂਕ ਸੀ, ਮੈਂ ਛੋਟੀ ਕਹਾਣੀਆਂ ਲਿਖਦਾ ਸੀਗਾ, ਪਲੱਸ ਮੈਂ ਪੋਇਟਰੀ ਵੀ ਕਰਦਾ ਸੀ ਜੀ। ਐਂਡ ਮੇਰਾ ਇੱਕ ਨਾਵਲ 'ਤੇ ਮੈਂ ਵਰਕ ਵੀ ਕਰ ਰਿਹਾ ਸੀਗਾ ਜਦੋਂ ਕਿ ਲੁਧਿਆਣੇ ਦੇ ਵਿੱਚ ਨਾ ਜੱਸੀ ਆਨਰ ਕਿਲਿੰਗ ਕੇਸ ਹੋਇਆ ਸੀਗਾ। ਇੱਕ ਕੈਨੇਡਾ ਦੀ ਲੜਕੀ ਸੀ ਜੱਸੀ, ਜਿਹੜੇ ਕਿ ਉਹਦੀ ਮਦਰ ਹੈਗੀ ਕੌਂਕੇ ਖੋਸਾ ਕਲਾਂ ਜਗਰਾਉਂ ਤੋਂ। ਹਾਂਜੀ। ਤੇ ਉੱਥੇ ਆ ਕੇ ਉਹਦਾ ਇੱਕ ਮਿੱਠੂ ਨਾਂ ਦੇ ਮੁੰਡੇ ਨਾਲ, ਜਿਹੜਾ ਕਬੱਡੀ ਪਲੇਅਰ ਸੀ ਪਰ ਬਹੁਤ ਗਰੀਬ ਸੀਗਾ, ਉਹਨਾਂ ਦੇ ਮੁਕਾਬਲੇ ਗਰੀਬ ਸੀ, ਉਹਦੇ ਨਾਲ ਪਿਆਰ ਹੋ ਜਾਂਦਾ ਹੈ।
ਤੇ ਉਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ, ਘਰ ਦੇ ਮੰਨਦੇ ਨਹੀਂ ਹੈਗੇ ਤੇ ਉਹ ਫਿਰ ਸੀਕ੍ਰੇਟਲੀ ਵਿਆਹ ਕਰਵਾ ਲੈਂਦੇ ਨੇ। ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਾਤਲਾਨਾ ਹਮਲਾ ਕੀਤਾ ਜਾਂਦਾ ਦੋਵਾਂ ਦੇ, ਜਿਸ 'ਚ ਮਿੱਠੂ ਬਚ ਜਾਂਦਾ, ਹਾਲਾਂਕਿ ਬੁਰੀ ਤਰ੍ਹਾਂ ਜ਼ਖਮੀ ਹੈ, ਤੇ ਜੱਸੀ ਨੂੰ ਮਾਰ ਦਿੱਤਾ ਜਾਂਦਾ ਹੈ। ਸੋ ਉਹਦੇ ਵਿੱਚ 12 ਕੰਟਰੈਕਟ ਕਿਲਰ ਸੀਗੇ ਤੇ 2 ਉਹਦੇ ਵਿੱਚ ਐਕਿਊਜ਼ ਸੀ ਜਿਨ੍ਹਾਂ ਨੇ ਕੰਟਰੈਕਟ ਕਿਲਿੰਗ ਦਾ ਆਰਡਰ ਦਿੱਤਾ। ਉਹਦੇ ਜੱਸੀ ਦੀ ਮਾਂ ਸੀਗੀ ਤੇ ਉਹਦਾ ਮਾਮਾ ਸੀਗਾ। ਸੋ ਉਹਨਾਂ ਨੂੰ ਇਹ 2008 ਜੂਨ 2000 ਨੂੰ ਮਰਡਰ ਹੁੰਦਾ। ਉਦੋਂ ਮੈਂ ਲੁਧਿਆਣੇ ਸੀਗਾ ਜਦੋਂ ਇਹ ਮਰਡਰ ਹੋਇਆ ਜੀ। ਸੋ ਤੋਂ ਮੈਂ ਉਹਨੂੰ ਉਦੋਂ ਦਾ ਫੋਲੋ ਕਰਦਾ ਰਿਹਾ। ਮੈਂ 100 ਤੋਂ ਵੱਧ ਇਸ ਤੇ ਆਰਟੀਕਲ ਕੀਤੇ ਨੇ। ਅੱਛਾ ਜੀ। ਐਂਡ ਉਹਦੇ ਉੱਤੇ ਹੁਣ ਉਹਨਾਂ ਦੀ ਐਕਸਟ੍ਰੈਡੀਸ਼ਨ 18 ਸਾਲ ਬਾਅਦ ਹੋਈ ਹੈ ਕੈਨੇਡਾ ਤੋਂ। ਉਹ ਜੇ ਕੇਸ ਚੱਲ ਰਿਹਾ ਹੈ। ਜਿਹੜੇ ਬੰਦਿਆਂ ਨੂੰ 12 ਕਿਲਰ ਸੀਗੇ ਉਹਦੇ 'ਚ 2 ਐਕਸੀਡੈਂਟ 'ਚ ਮਰ ਗਏ, ਬਾਕੀ ਐਕਵਿਟ ਹੋ ਗਏ। ਹਾਈ ਕੋਰਟ ਨੇ 7 ਨੂੰ ਦਿੱਤਾ ਸੀਗੇ ਸਜ਼ਾ, ਸੁਪਰੀਮ ਕੋਰਟ ਨੇ 3 ਨੂੰ ਦੇ ਦਿੱਤੀ। ਉਹ ਸਜ਼ਾ ਪੂਰੀ ਕਰਕੇ ਵਾਪਸ ਆ ਗਏ, ਪਰ ਕੇਸ ਮਾਪਿਓ ਤੇ ਮਾਂ ਤੇ ਮਾਮੇ ਤੇ ਹਜੇ ਚੱਲ ਰਿਹਾ। ਸੋ ਮੈਂ ਉਸ ਨੂੰ ਫੋਲੋ ਕਰਦਾ ਰਿਹਾ। ਉਹ ਮੇਰੀ ਪਹਿਲੀ ਬੁੱਕ ਸੀ। ਕੈਨੇਡਾ ਦੇ ਇੱਕ ਜਰਨਲਿਸਟ ਨੇ ਫੇਬੀਅਨ ਡੌਸਨ, ਉਹ ਇੰਡੀਆ ਆਏ ਹੋਏ ਸੀ ਕੋਈ ਕ੍ਰਾਈਮ ਰਿਪੋਰਟਰ ਦੀ ਵਰਕਸ਼ਾਪ ਤੇ, ਉਹਨਾਂ ਦਾ ਲੈਕਚਰ ਸੀਗਾ, ਮੈਂ ਉਹਨੂੰ ਅਟੈਂਡ ਕਰ ਰਿਹਾ ਸੀਗਾ। ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਬੋਲਿਆ ਕਿ ਮੈਂ ਜੱਸੀ ਆਨਰ ਕਿਲਿੰਗ ਤੇ ਬਹੁਤ ਕੰਮ ਕੀਤਾ। ਸੋ ਮੈਂ ਬਾਅਦ 'ਚ ਉਹਨਾਂ ਨੂੰ ਕਿਹਾ ਕਿ ਮੈਂ ਵੀ ਉਸ ਨੂੰ ਕਰ ਰਿਹਾ। ਤੇ ਉਹਨਾਂ ਨੇ ਟ੍ਰਿਬਿਊਨ ਤੋਂ ਹੀ ਆਰਟੀਕਲਸ ਤੋਂ ਕਾਫੀ ਉਹਨਾਂ ਨੂੰ ਹੈਲਪ ਮਿਲੀ ਸੀਗੀ। ਤੋ ਮੈਂ ਉਹਨਾਂ ਨੂੰ ਦੱਸਿਆ ਕਿ ਜੀ ਕਿ ਮੈਂ ਉਸ 'ਤੇ ਕਿਤਾਬ ਵੀ ਲਿਖ ਰਿਹਾ ਤੇ ਤੁਸੀਂ ਮੇਰੀ ਉਹਦੇ 'ਚ ਹੈਲਪ ਕਰੋ। ਹੀ ਸੈਡ ਕਿ ਮੈਂ ਵੀ ਕਿਤਾਬ ਲਿਖ ਰਿਹਾ। ਸੋ ਅਸੀਂ ਦੋਵਾਂ ਨੇ ਕੋਲੈਬੋਰੇਟ ਕੀਤਾ। ਉਹਨਾਂ ਨੇ ਕੈਨੇਡਾ ਪਾਰਟ ਲਿਖਿਆ, ਮੈਂ ਪੰਜਾਬ ਪਾਰਟ ਲਿਖਿਆ। ਕੈਨੇਡਾ ਪਾਰਟ ਤਾਂ 1-2 ਚੈਪਟਰ ਹੀ ਸੀਗੇ, ਪੰਜਾਬ ਪਾਰਟ ਮੇਨ ਸੀਗਾ। ਸੋ ਉਹ ਸਾਡੀ ਪਹਿਲੀ ਬੁੱਕ ਸੀ ਜਸਟਿਸ ਫॉर ਜੱਸੀ 2012 ਦੇ ਵਿੱਚ। ਉਸ ਤੋਂ ਬਾਅਦ ਮੈਂ ਇੱਕ ਕਹਾਣੀਆਂ ਦੀ ਕਿਤਾਬ ਇਕੱਠੀ ਕੀਤੀ ਈਅਰਸ ਲੇਟਰ ਔਨ ਫੇਸਬੁੱਕ। ਫਿਰ ਇੱਕ ਪੋਇਟਰੀ ਦੀ ਕਿਤਾਬ ਕੀਤੀ। ਪਰ ਮੇਰੀ ਚੌਥੀ ਬੁੱਕ ਮੈਂ ਬੜਾ ਲੱਕੀ ਰਿਹਾ ਜੀ। ਭਗਤ ਸਿੰਘ ਜੀ ਦੀ ਪਿਸਤੌਲ, ਜਿਨ੍ਹਾਂ ਨਾਲ ਉਹਨਾਂ ਨੇ ਸੌਂਡਰਸ ਨੂੰ, ਜੇਪੀ ਸੌਂਡਰਸ ਇੰਸਪੈਕਟਰ ਸੀਗੇ ਬ੍ਰਿਟਿਸ਼ ਪੁਲਿਸ ਦੇ ਵਿੱਚ, ਉਹਨਾਂ ਨੂੰ 17 ਦਸੰਬਰ 1928 ਨੂੰ ਉਹਨਾਂ ਨੇ ਮਾਰਿਆ ਸੀਗਾ ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਦੇ ਲਈ। ਸੋ ਉਹ ਪਿਸਤੌਲ ਦਾ ਕੋਰਟ ਨੇ ਆਰਡਰ ਕੀਤਾ ਸੀ ਮਾਰਚ 1931 ਦੇ ਵਿੱਚ ਕਿ ਇਹ ਫਲੋਰ ਪੁਲਿਸ ਅਕੈਡਮੀ ਜਾਣੀ ਚਾਹੀਦੀ ਹੈ, ਪਰ ਫਲੋਰ ਪੁਲਿਸ ਅਕੈਡਮੀ ਵਿੱਚ ਉਹ ਨਹੀਂ ਸੀਗੀ। ਸੋ ਮੈਂ ਉਸ ਨੂੰ ਲੱਭਿਆ। 2016-17 ਚ ਕੁਝ ਆਰਟੀਕਲ ਛਪੇ ਸੀ ਕਿ ਉਹ ਪਿਸਤੌਲ ਕਿੱਥੇ ਹੈ, ਕੁਐਸਚਨ ਮਾਰਕ ਸੀਗਾ। ਸੋ ਮੈਂ ਉਸ ਪਿਸਤੌਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਮੈਂ ਸਕਸੈਸਫੁਲ ਹੋਇਆ ਜੀ। ਪਰ ਮੈਨੂੰ ਉਹਦੀ ਕਾਫੀ ਜੱਦੋਜਹਿਦ ਕਰਨੀ ਪਈ। ਸੋ ਉਸ ਜਰਨੀ ਨੂੰ ਮੈਂ ਐਜ਼ ਅ ਇਨਵੈਸਟੀਗੇਟਿਵ ਜਰਨਲਿਸਟ, ਇਨਵੈਸਟੀਗੇਟਿਵ ਕ੍ਰਾਈਮ ਰਿਪੋਰਟਰ, ਕਿ ਮੈਂ ਕੀ ਟੂਲਸ ਵਰਤੇ, ਮੈਂ ਕਿਵੇਂ ਯੂਜ਼ ਕੀਤਾ, ਮੈਂ ਕਿਵੇਂ ਆਪਣੇ ਨੈਟਵਰਕ ਕੀਤਾ, ਐਂਡ ਉਹਦੇ 'ਚ ਮੈਨੂੰ ਕਿਵੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬਿਕੋਜ਼ ਇੱਕ ਇਹੋ ਜਿਹੇ ਪੁਲਿਸ ਅਫਸਰ ਕੋਲ ਰਿਕਾਰਡ ਸੀ ਜਿਸ ਨੇ ਮੇਰੇ ਤੇ 15 ਸਾਲ ਪਹਿਲਾਂ ਡੈਫੇਮੇਸ਼ਨ ਦਾ ਕੇਸ ਕੀਤਾ ਸੀ। ਤੇ ਸਾਡਾ ਆਪਸ ਵਿੱਚ ਬਿਲਕੁਲ ਬੋਲਚਾਲ ਨਹੀਂ ਸੀਗਾ। ਸੋ ਉਸ ਬੰਦੇ ਦੇ ਕੋਲ ਸਾਰਾ ਰਿਕਾਰਡ ਸੀਗਾ। ਮੈਨੂੰ ਸੀਗਾ ਕਿ ਇਹ ਮੇਰੀ ਹੈਲਪ ਨਹੀਂ ਕਰਨਗੇ, ਪਰ ਉਸ ਬੰਦੇ ਦੀ ਮਹਾਨਤਾ ਹੈ ਕਿ ਉਹ ਕਹਿੰਦਾ ਪਿਛਲੀ ਗੱਲਾਂ ਨੂੰ ਛੱਡੋ, ਆਹ ਕੰਮ ਬਹੁਤ ਇੰਪੋਰਟੈਂਟ ਹੈ। ਸੋ ਇਹ ਵੀ ਹਿਊਮਨ ਕੈਰੈਕਟਰ ਹੈ। ਸੋ ਉਹਨਾਂ ਨੇ ਹੈਲਪ ਕੀਤੀ, ਹੋਰ ਬਹੁਤ ਮੇਰੀ ਹੈਲਪ ਹੋਈ ਤੇ ਉਹ ਪਿਸਤੌਲ ਲੱਭ ਗਈ। ਜਦੋਂ ਮੈਂ ਸੋਚਿਆ ਸੀ ਕਿ ਇਨਵੈਸਟੀਗੇਟਿਵ ਜਰਨਲਿਜ਼ਮ ਤੇ ਲਿਖਾਂਗਾ ਤੇ ਸਟੂਡੈਂਟਸ ਨੂੰ ਪਤਾ ਚੱਲੇਗਾ ਕਿ ਤੁਹਾਨੂੰ ਕਿਵੇਂ ਜਰਨਲਿਜ਼ਮ ਕਰਨਾ ਚਾਹੀਦਾ ਹੈ, ਜੋ ਵੀ ਮੇਰਾ ਛੋਟਾ ਮੋਟਾ ਐਕਸਪੀਰੀਅੰਸ ਹੈ। ਪਰ ਲਿਖਣ ਵੇਲੇ ਮੈਨੂੰ ਰਿਅਲਾਈਜ਼ ਹੋਇਆ ਕਿ ਭਗਤ ਸਿੰਘ ਜੀ ਨੂੰ ਤਾਂ ਆਪਾਂ ਜਾਣਦੇ ਹੀ ਨਹੀਂ। ਆਪਾਂ ਜੋ 8ਵੀਂ 9ਵੀਂ 10ਵੀਂ 'ਚ ਪੜ੍ਹ ਲਿਆ, ਮਨੋਜ ਕੁਮਾਰ ਦੀ ਫਿਲਮ ਦੇਖ ਲਈ, ਆਪਾਂ ਨੂੰ ਲੱਗਦਾ ਕਿ ਭਗਤ ਸਿੰਘ ਉਹੀ ਹੈ। ਸੋ ਫਿਰ ਉਸ ਕਿਤਾਬ 'ਚ ਮੈਂ ਉਹਨਾਂ ਦੀ ਆਈਡੀਓਲੋਜੀ ਨੂੰ ਲੈ ਕੇ ਆਇਆ ਤੇ ਮੈਂ ਪਹਿਲਾ ਰਾਈਟਰ ਹਾਂ ਭਗਤ ਸਿੰਘ ਜੀ ਤੇ, ਜਿਸ ਨੇ ਕਿਹਾ ਕਿ ਭਗਤ ਸਿੰਘ ਨਾਨ ਵਾਇਲੈਂਟ ਸੀਗੇ, ਉਹ ਅਹਿੰਸਾ ਕਰਦੇ ਸੀਗੇ। ਕਿਉਂਕਿ ਉਹ ਪਿਸਤੌਲ ਉਹਨਾਂ ਨੇ ਉਸ ਤੋਂ ਪਹਿਲਾਂ ਕਦੀ ਨਹੀਂ ਯੂਜ਼ ਕੀਤੀ ਜੀ, ਉਸ ਤੋਂ ਬਾਅਦ ਕਦੀ ਨਹੀਂ ਯੂਜ਼ ਕੀਤੀ, ਉਹਨਾਂ ਕੋਲ ਹਮੇਸ਼ਾ ਸੀਗੀ। ਸੋ ਉਹਨਾਂ ਦੀ ਇੱਕ ਵੈਲਿਊ ਸੀ ਉਸ ਗਨ ਦੇ ਉੱਤੇ। ਜਿੱਥੇ ਪੰਜਾਬ 'ਚ ਇੰਨਾ ਗੈਂਗਸਟਰ ਗਨ ਕਲਚਰ ਚੱਲ ਰਿਹਾ ਹੈ, ਵਾਇਲੈਂਸ ਚੱਲ ਰਹੀ ਹੈ, ਟਾਰਗੇਟਡ ਕਿਲਿੰਗਸ ਹੋ ਰਹੀਆਂ, ਸੋ ਸਾਰੇ ਦੇ ਵਿੱਚ ਭਗਤ ਸਿੰਘ ਦੀ ਜੀ ਉਹ ਪਿਸਤੌਲ ਤੇ ਆਈਡੀਓਲੋਜੀ ਬਹੁਤ ਇੰਪੋਰਟੈਂਟ ਸੀ। ਤੇ ਉਹ ਹੁਣ ਕਿਤਾਬ ਮੇਰੀ ਕਾਫੀ ਅੱਛੀ ਆਈ, ਇੰਗਲਿਸ਼ ਹਿੰਦੀ ਤੋਂ ਛਪ ਚੁੱਕੀ ਹੈ, ਕਾਫੀ ਅੱਛਾ ਰਿਸਪੌਂਸ ਮਿਲਿਆ ਉਸਦਾ। ਹੁਣ ਉਹ ਪੰਜਾਬੀ ਵਿੱਚ ਆ ਰਹੀ ਹੈ ਜੀ, ਉਸਦੀ ਟਰਾਂਸਲੇਸ਼ਨ। ਇਨਫੈਕਟ ਅਸੀਂ ਕੱਲ੍ਹ ਹੀ ਉਹਦਾ ਪ੍ਰੂਫ ਰੀਡ ਫਾਈਨਲ ਕਰਕੇ ਹਟੇ ਹਾਂ ਤੇ ਬਹੁਤ ਜਲਦੀ ਅਸੀਂ ਉਸ ਨੂੰ ਮਾਰਕੀਟ 'ਚ ਲਿਆਵਾਂਗੇ ਜੀ। ਤੇ ਇੱਕ ਗੱਲ ਮੈਂ ਹੋਰ ਪੁੱਛੂੰਗਾ ਕਿ ਐਜ਼ ਅ ਕ੍ਰਾਈਮ ਰਿਪੋਰਟਰ ਹੈ ਨਾ, ਅੱਜ ਦੀ ਜਿਹੜੀ ਪੰਜਾਬ ਦੀ ਕੰਡੀਸ਼ਨ ਹੈਗੀ ਆ ਉਹਦੇ ਬਾਰੇ ਕੀ ਕਹੋਗੇ, ਉਹ ਕਿਵੇਂ ਦੀ ਸੋਚਦੇ ਹੋ? ਇਨਫੈਕਟ ਜੋ ਸਿੱਧੂ ਮੂਸੇਵਾਲਾ ਜੀ ਦੀ ਕਿਤਾਬ ਹੈ ਨਾ, ਮੈਂ ਸਿੱਧਾ ਕਿਤਾਬ ਤੇ ਆ ਰਿਹਾ ਹੈ ਜੀ ਜੀ ਬਿਲਕੁਲ, ਆਪਾਂ ਉਹਦੇ ਬਾਰੇ ਸਾਰੀ ਗੱਲ ਕਰਾਂਗੇ। ਉਹਦੇ ਵਿੱਚ ਇੱਕ ਰੀਜ਼ਨ ਉਸ ਕਿਤਾਬ ਨੂੰ ਲਿਖਣ ਦਾ ਇਹ ਵੀ ਸੀਗਾ ਕਿ ਮੈਂ ਉਹਨਾਂ ਦੀ ਕਹਾਣੀ ਦੇ ਥਰੂ ਜੋ 10 ਸਾਲ ਦਾ ਪੰਜਾਬ ਹੈ ਜੀ, ਹਨਾ, ਜਿਹੜਾ 2012-13 ਤੋਂ ਸ਼ੁਰੂ ਹੋ ਕੇ ਹੁਣ ਤੱਕ ਹੈ,
ਉਸ ਪੰਜਾਬ ਦਾ ਕੀ ਰੋਲ ਹੈ ਮੂਸੇਵਾਲਾ ਦੀ ਰਾਈਜ਼ ਵਿੱਚ ਤੇ ਉਹਨਾਂ ਦੇ ਮਰਡਰ ਵਿੱਚ। ਤੇ ਮੂਸੇਵਾਲਾ ਵਰਗੇ ਜਿਹੜੇ ਹੋਰ ਵੀ ਵਿਕਟਿਮਸ ਨੇ, ਕਈ ਜਿਹੜੇ ਉਸ ਮੁਕਾਮ ਤੇ ਨਹੀਂ ਪਹੁੰਚ ਸਕੇ ਬਿਕੋਜ਼ ਉਹ ਤਾਕਤਾਂ ਨਾਲ ਨਹੀਂ ਲੜ ਪਏ ਜਿਨ੍ਹਾਂ ਨਾਲ ਸ਼ਾਇਦ ਸਿੱਧੂ ਮੂਸੇਵਾਲਾ ਕਾਫੀ ਹੱਦ ਤੱਕ ਲੜਦੇ ਰਹੇ। ਸੋ ਉਹਦੇ ਲਈ ਪੰਜਾਬ ਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ। ਪੰਜਾਬ ਦੇ ਹਾਲਾਤ ਮਤਲਬ ਕੋਈ ਵੀ ਇਤਿਹਾਸ ਵਿੱਚ ਇਹੋ ਜਿਹਾ ਸਮਾਂ ਨਹੀਂ ਆਇਆ ਜਿਸ 'ਚ ਪੰਜਾਬ ਦੇ ਵਿੱਚ ਆਪਾਂ ਕਹੀਏ ਵੀ 20 ਸਾਲ ਪੂਰੀ ਸ਼ਾਂਤੀ ਸੀ। ਕੁਛ ਨਾ ਕੁਛ ਹੁੰਦਾ ਰਿਹਾ। ਆਜ਼ਾਦੀ ਤੋਂ ਬਾਅਦ ਦੇਖ ਲਓ 4 ਲੜਾਈਆਂ ਹੋ ਚੁੱਕੀਆਂ ਬਾਰਡਰ ਤੇ, ਟੈਰੋਰਿਜ਼ਮ ਆ ਚੁੱਕਾ ਹੈ, ਡੇਰਿਆਂ ਨਾਲ ਲੜਾਈ ਹੋ ਚੁੱਕੀ ਹੈ, ਵਾਇਲੈਂਸ ਹੋ ਚੁੱਕੀ ਹੈ, ਟਾਰਗੇਟ ਕਿਲਿੰਗਸ ਹੋਈਆਂ ਨੇ, ਉਸ ਤੋਂ ਬਾਅਦ ਗੈਂਗ ਕਲਚਰ ਚੱਲਿਆ ਹੈ। ਤੋ ਉਸ ਸਾਰੇ ਦਾ ਪੰਜਾਬ ਦੇ ਫਿਊਚਰ ਦੇ ਉੱਤੇ ਇੱਕ ਬਿਗ ਕੁਐਸਚਨ ਮਾਰਕ ਹੈ ਤੇ ਉਸ ਦੇ ਵਿੱਚ ਬਹੁਤ ਰਿਸਪੌਂਸਿਬਿਲਿਟੀ ਹੈ ਸਰਕਾਰ ਦੀ, ਪੁਲਿਸ ਦੀ ਅਤੇ ਆਮ ਬੰਦਿਆਂ ਦੀ ਵੀ ਕਿ ਆਪਾਂ ਕਿਸ ਰਾਹ ਤੇ ਜਾ ਰਹੇ ਹਾਂ। ਜੇ ਤੁਸੀਂ ਦੇਖੋ ਤਾਂ 2012-13 ਤੋਂ ਪੰਜਾਬ ਦੇ ਵਿੱਚ ਸਡਨਲੀ 4-5 ਚੀਜ਼ਾਂ ਹੋਈਆਂ। ਪੰਜਾਬੀ ਫਿਲਮ ਇੰਡਸਟਰੀ ਸਡਨਲੀ ਬਹੁਤ ਜ਼ਿਆਦਾ ਪਪੂਲਰ ਹੋ ਗਈ, ਮਿਊਜ਼ਿਕ ਇੰਡਸਟਰੀ ਵੀ ਹੋ ਗਈ, ਬੂਮ ਆਇਆ ਬਹੁਤ ਵੱਡਾ। ਯੈਸ, ਬੂਮ ਆਇਆ ਉਹਦੇ ਵਿੱਚ ਜੀ। ਸੋ ਉਧਰ ਬੂਮ ਵੀ ਆਂਦਾ ਹੈ ਤੇ ਉਧਰ ਡਰੱਗ ਮਨੀ ਵੀ ਸਡਨਲੀ ਇਸ ਇੰਡਸਟਰੀ 'ਚ ਆ ਰਹੀ ਹੈ। ਗੈਂਗਸਟਰਸ ਤੇ ਫਿਲਮਾਂ ਬਣਦੀਆਂ ਨੇ, ਫਿਰ ਜਿਹੜੇ ਮਿਊਜ਼ਿਕ ਇੰਡਸਟਰੀ ਆ ਉਹਨਾਂ ਨੂੰ ਰੈਂਸਮ ਕਾਲਸ ਆਉਂਦੀਆਂ, ਥ੍ਰੈਟਸ ਆਉਂਦੀਆਂ। 2-3 ਦੇ ਉੱਤੇ ਤਾਂ ਗੋਲੀਆਂ ਵੀ ਚਲਾਈਆਂ ਗਈਆਂ, ਕੁਝ ਮਰਡਰ ਵੀ ਹੋਏ ਹੈਗੇ। ਸੋ ਉਹ ਸਾਰਿਆਂ ਦਾ ਕੀ ਇੰਪੈਕਟ ਆਇਆ। ਫਿਰ ਜਿਹੜੀ ਪੰਜਾਬ 'ਚ ਇਲੀਗਲ ਮਨੀ, ਲਿਕਰ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਉਹ ਸਾਰਾ ਬਹੁਤ ਸਰਗਰਮ ਹੋ ਗਿਆ। ਸਭ ਤੋਂ ਵੱਡੀ ਗੱਲ ਹੋ ਗਈ ਗੈਂਗਸ। ਮੈਨੂੰ ਯਾਦ ਹੈ ਕਿ 2014-15 ਦੇ ਵਿੱਚ ਕੋਈ ਮੁੱਠੀ ਭਰ ਗੈਂਗਸ ਸੀਗੇ। 2016 ਦੀ ਮੇਰੀ ਰਿਪੋਰਟ ਸੀਗੀ ਜੋ ਡੀਜੀਪੀ ਨੇ ਪ੍ਰੈਸ ਕਾਨਫਰੰਸ ਉਹਨਾਂ ਨੇ ਰਿਲੀਜ਼ ਕੀਤੀ ਸੀ ਕਿ 57 ਗੈਂਗਸ ਹੈ ਪੰਜਾਬ 'ਚ ਤੇ 500 ਗੈਂਗ ਮੈਂਬਰ ਹੈ। ਜਿਹੜੀ ਲੇਟੈਸਟ ਫਿਗਰ ਹੈਗੀ ਆ ਉਹਦੇ ਵਿੱਚ 500 ਗੈਂਗਸ ਨੇ ਤੇ 2000 ਗੈਂਗ ਮੈਂਬਰਸ ਹੈ। ਤੁਸੀਂ ਗਰੋਥ ਦੇਖੋ ਉਹਨਾਂ ਦੀ। ਬਿਲਕੁਲ। ਸੋ ਉਹ ਜਿਹੜੀ ਸਾਰੀ ਗਰੋਥ ਹੈ ਉਹ ਪੈਸਾ ਕਿਸ ਤੋਂ ਲੈ ਰਹੇ ਨੇ? ਉਹ ਬਿਜ਼ਨਸਮੈਨ ਤੋਂ, ਮਿਊਜ਼ਿਕ ਇੰਡਸਟਰੀ, ਫਿਲਮ ਇੰਡਸਟਰੀ ਤੋਂ। ਸੋ ਇਹ ਸਾਰੇ ਫੈਕਟਰਸ ਨੇ ਐਂਡ ਵਿੱਚ ਤੁਹਾਡੇ ਜਿਹੜਾ ਟੈਰੋਰਿਜ਼ਮ ਆ ਗਿਆ, ਸੈਪਰੇਟਿਸਟ ਮੂਵਮੈਂਟ ਵੀ ਆ ਗਈ ਉਹਦੇ ਵਿੱਚ ਨਾ, ਜਿਹਦੇ ਵਿੱਚ ਤੁਹਾਨੂੰ ਪਾਕਿਸਤਾਨ ਤੋਂ ਇੰਨਾ ਕੁਝ ਸਪਲਾਈ ਹੋ ਰਿਹਾ ਹੈ। ਸੋ ਉਹ ਕਨਸਟੈਂਟ ਥ੍ਰੈਟ ਹੈ ਪੰਜਾਬ ਤੇ। ਐਂਡ ਸਭ ਤੋਂ ਵੱਡਾ ਥ੍ਰੈਟ ਹੈ ਜੋ ਪੰਜਾਬ ਦਾ ਬ੍ਰੇਨ ਡਰੇਨ ਹੋ ਰਿਹਾ ਹੈ। ਜਿਹੜਾ ਤੁਹਾਡਾ ਮੇਨ ਯੂਥ ਹੈ ਉਹ ਤਾਂ ਬਾਹਰ ਜਾ ਰਿਹਾ ਹੈ। ਸੋ ਉਸ ਤੇ ਕੋਈ ਰੋਕ ਨਹੀਂ ਹੈ। ਇੱਥੇ ਤੁਸੀਂ ਐਵੇਨਿਊਜ਼ ਨਹੀਂ ਰੇਜ਼ ਕਰ ਪਾ ਰਹੇ। ਸੋ ਪੰਜਾਬ ਬਹੁਤ ਸੈਂਸਿਟਿਵ ਉਸ ਦੇ ਉੱਤੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਹੂ ਕਿਲਡ ਮੂਸੇਵਾਲਾ, ਜੋ ਬੁੱਕ ਹੈਗੀ ਹੈ ਮੇਨ, ਜੋ ਪਿਛਲੇ ਦਿਨ ਰਿਲੀਜ਼ ਹੋਈ ਹੈ ਤੇ ਕਾਫੀ ਅੱਛਾ ਰਿਸਪੌਂਸ ਵੀ ਜਿਹੜਾ ਹੈ ਮਾਰਕੀਟ ਦੇ ਵਿੱਚ ਮਿਲ ਰਿਹਾ ਹੈ ਤੇ ਕਾਫੀ ਲੋਕ ਮਤਲਬ ਕਿ ਕਾਫੀ ਲੋਕਾਂ ਨੇ ਪੜ੍ਹ ਵੀ ਲਈ ਹੈ ਤੇ ਬਹੁਤ ਸਾਰੇ ਲੋਕ ਰਹਿ ਵੀ ਗਏ ਨੇ। ਤੇ ਜਿੰਨੇ ਰਹਿ ਗਏ ਨੇ ਮੈਂ ਚਾਹੁੰਦਾ ਕਿ ਜ਼ਰੂਰ ਉਹ ਬੁੱਕ ਬਾਏ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਹੈ ਨਾ ਕਿ ਅਸਲ ਦੇ ਵਿੱਚ ਕੀ ਸਰਕਮਸਟੈਂਸਿਸ ਤੇ ਕੀ ਸਾਰਾ ਕੁਝ ਰਿਹਾ ਹੈ ਨਾ ਉਸ ਚੀਜ਼ ਦੇ ਵਿੱਚ। ਸੋ ਐਜ਼ ਅ ਕ੍ਰਾਈਮ ਰਿਪੋਰਟਰ ਹੈ ਨਾ ਤੁਸੀਂ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਬੁੱਕ ਲਿਖੀ ਹੈ ਨਾ, ਸਾਰੇ ਚੈਪਟਰਸ ਜਿੰਨੇ ਵੀ ਹੈਗੇ ਹੈ। ਸੋ ਥੋੜ੍ਹਾ ਜਿਹਾ ਪਹਿਲਾਂ ਉਸ ਬੁੱਕ ਬਾਰੇ ਦੱਸੋ ਕਿ ਟੋਟਲ ਕਿੰਨੇ ਚੈਪਟਰਸ ਨੇ ਤੇ ਕੀ ਕੁਝ ਹੈਗਾ ਹੋਰ? ਜੀ, ਇਸ ਬੁੱਕ ਦੇ 17 ਚੈਪਟਰਸ ਨੇ। ਇਸ ਬੁੱਕ ਦੇ ਵਿੱਚ ਬਿਕੋਜ਼ ਮੈਂ ਸਿੱਧੂ ਮੂਸੇਵਾਲਾ ਜੀ ਨੂੰ ਇਸ ਤੋਂ ਪਹਿਲਾਂ ਨਹੀਂ ਸੀ ਮਿਲਿਆ। ਮੈਂ ਥੋੜੇ ਬਹੁਤ ਗਾਣੇ ਸੁਣੇ ਸੀਗੇ ਪਰ ਮੈਂ ਕਦੀ ਕੌਨਸ਼ੀਅਸਲੀ ਇੰਨੇ ਗਾਣੇ ਨਹੀਂ ਸੀ ਸੁਣੇ ਬਿਕੋਜ਼ ਉਹਨਾਂ ਦੇ ਗਾਣੇ ਤੁਹਾਨੂੰ ਥੋੜੇ ਐਜੀਟੇਟ ਕਰਦੇ ਸੀ, ਥੋੜਾ ਗੁੱਸਾ ਦਿਵਾਉਂਦੇ ਸੀਗੇ। ਤੇ ਮੈਂ ਵੈਸੇ ਵੀ ਗਨ ਕਲਚਰ ਤੋਂ ਬਿਕੋਜ਼ ਭਗਤ ਸਿੰਘ ਦੀ ਆਈਡੀਓਲੋਜੀ ਨੂੰ ਫੋਲੋ ਕਰਦੇ ਹਾਂ ਤਾਂ ਮੈਂ ਜਿਹੜਾ ਇਹ ਗਨ ਕਲਚਰ, ਗੈਂਗਸਟਰਸ ਤੇ ਗਾਣੇ ਚਾਹੁੰਦਾ ਸੀ, ਮੈਂ ਉਹਦੇ ਨਾਲ ਸਹਿਮਤ ਨਹੀਂ ਤੇ ਮੈਂ ਇਹਦੇ ਬਾਰੇ ਕੁਝ ਲਿਖਿਆ ਵੀ ਹੈ। ਐਜ਼ ਅ ਕ੍ਰਾਈਮ ਰਿਪੋਰਟਰ ਮੈਂ ਉਹਨਾਂ ਤੇ FIRs ਹੋਈਆਂ ਸੀ ਉਹ ਜ਼ਰੂਰ ਰਿਪੋਰਟ ਕੀਤੀਆਂ ਸੀਗੀਆਂ ਤੇ ਜੇ ਉਹਨਾਂ ਦਾ ਕੋਈ ਵਰਜ਼ਨ ਹੈ ਉਹ ਵੀ ਲੈਣ ਦੀ ਪੂਰੀ ਕੋਸ਼ਿਸ਼ ਕੀਤੀ। ਸੋ ਇੰਨਾ ਹੀ ਸੀਗਾ। ਜਿਸ ਦਿਨ ਮਰਡਰ ਹੁੰਦਾ ਹੈਗਾ, ਮੇਰੀ ਫੁੱਲ ਜਿਹੜੀ ਐਕਟਿਵ ਐਂਟਰੀ ਹੈਗੀ ਹੈ ਉਸ ਸੀਨ ਦੇ ਵਿੱਚ, ਉਹ ਮਰਡਰ ਵਾਲੇ ਦਿਨ ਹੀ ਹੁੰਦੀ ਹੈ ਜੀ, 29 ਮਈ 2022 ਨੂੰ। ਸੋ ਉਸ ਸ਼ਾਮ ਤੋਂ ਲੈ ਕੇ ਹੁਣ ਤੱਕ ਮੈਂ ਉਸ ਕੇਸ ਨੂੰ ਫੋਲੋ ਕਰਦਾ ਆ ਰਿਹਾ ਐਂਡ ਜਿਹੜੀ ਕਿਤਾਬ ਹੈਗੀ ਹੈ ਉਸ ਨੂੰ ਵੀ ਮੈਂ ਉਹੀ ਰੂਪ ਦਿੱਤਾ ਹੈ ਕਿ ਮੇਰੀ ਐਂਟਰੀ ਉਹਦੇ ਵਿੱਚ 29 ਮਈ ਨੂੰ ਹੀ ਹੋ ਰਹੀ ਹੈ। ਤੇ ਜਿਹੜੀ ਮੂਸੇਵਾਲਾ ਜੀ ਦੀ ਲਾਸਟ ਰਾਈਡ ਸੀ ਜਦੋਂ ਥਾਰ 'ਚ ਘਰੋਂ ਨਿਕਲਦੇ ਆ, ਉਸ ਤੋਂ ਦੀ ਮੈਂ ਉਸ ਕਹਾਣੀ ਨੂੰ ਸ਼ੁਰੂ ਕਰਦਾ ਹੋਇਆ। ਫਿਰ ਜਿੰਨੇ ਉਹਦੇ 'ਚ ਕੈਰੈਕਟਰਸ ਆਏ ਨੇ ਜਿਹੜੇ ਮੇਨ ਕੈਰੈਕਟਰਸ ਨੇ, ਬਿਕੋਜ਼ ਸਮਾਂ ਬਹੁਤ ਘੱਟ ਸੀ, ਅਸੀਂ ਕਿਤਾਬ ਜਲਦੀ ਕੱਢਣਾ ਚਾਹੁੰਦੇ ਸੀਗੇ ਐਂਡ ਸੋ ਜਿਸ ਨੂੰ ਵੀ ਅਸੀਂ ਮਿਲ ਪਾਏ ਅਸੀਂ ਫਿਰ ਉਸ ਕੈਰੈਕਟਰ ਨੂੰ ਕਿਤਾਬ ਦੇ ਵਿੱਚ ਇੰਟਰੋਡਿਊਸ ਕਰਦੇ ਗਏ। ਉਹਦੇ ਮਦਰ, ਉਹਦੇ ਫਾਦਰ, ਦਿੱਲੀ ਪੁਲਿਸ ਦੇ ਆਫੀਸ਼ੀਅਲਸ, ਪੰਜਾਬ ਪੁਲਿਸ ਦੇ ਆਫੀਸ਼ੀਅਲਸ, ਉਹਨਾਂ ਦੇ ਫਰੈਂਡਸ, ਸਕੂਲ ਟਾਈਮ ਦੇ ਫਰੈਂਡਸ, ਉਹਨਾਂ ਦੇ ਇਨੀਸ਼ੀਅਲ ਮਿਊਜ਼ਿਕ ਜਿਹੜੇ ਟੀਚਰ ਸੀਗੇ ਉਹਨਾਂ ਦੇ,
ਫਿਰ ਉਹਨਾਂ ਦੇ ਨਾਲ 뮤직 ਇੰਡਸਟਰੀ ਨਾਲ ਜੁੜੇ ਲੋਕ ਜਿਨ੍ਹਾਂ ਨੂੰ ਵੀ ਮੈਂ ਮਿਲ ਪਾਇਆ, ਮੈਂ ਮਿਲਿਆ ਜੀ ਉਹਨਾਂ ਨੂੰ। ਉਸ ਤੋਂ ਬਾਅਦ ਗੈਂਗਸਟਰਸ ਜਿਹੜੇ ਸ਼ੂਟਰਸ, ਮੈਂ ਉਹਨਾਂ ਦੀ ਫੈਮਿਲੀ ਨੂੰ, ਜਾਂ ਜੇ ਉਹਨਾਂ ਦੀ ਫੈਮਿਲੀ ਨੂੰ ਨਹੀਂ ਮਿਲ ਪਾਇਆ ਤਾਂ ਬਿਲਕੁਲ ਕਲੋਜ਼ ਬੰਦੇ ਨੂੰ, ਜੋ ਕੋਈ ਕਲੋਜ਼ ਫਰੈਂਡ ਹੈ ਜਾਂ ਸਮਨ ਜੋ ਉਹਨਾਂ ਦੇ ਬਾਰੇ ਜਾਣਦਾ ਹੈ। ਜਿੰਨੇ ਵੀ ਮੇਰੀ ਐਕਸੈਸ ਸੀ ਐਜ਼ ਕ੍ਰਾਈਮ ਰਿਪੋਰਟਰ ਪੁਲਿਸ ਡਾਕੂਮੈਂਟਸ ਦੇ ਉੱਤੇ, ਉਹ ਮੈਂ ਸਾਰੇ ਲਿੱਤੇ, ਬਿਕੋਜ਼ ਪੁਲਿਸ ਕਾਫੀ ਕੁਝ ਮੈਟਰ ਇਕੱਠਾ ਕਰਦੀ ਹੁੰਦੀ ਹੈ ਜੋ ਹਰ ਕੁਝ FIRs ਦੇ ਵਿੱਚ ਨਹੀਂ ਆਉਂਦਾ ਹੈ। ਸੋ ਉਸ ਤੋਂ ਮੈਨੂੰ ਬਹੁਤ ਹੈਲਪ ਮਿਲੀ। ਸੋ ਫਿਰ ਉਸ ਤੋਂ ਬਾਅਦ ਸਭ ਤੋਂ ਵੱਡਾ ਕੰਮ ਸੀ ਜੀ ਕਿ ਮੂਸੇਵਾਲਾ ਜੀ ਦੇ ਬਾਰੇ ਜੋ ਵੀ ਇੰਟਰਨੈਟ ਤੇ ਇੰਟਰਵਿਊਜ਼ ਸੀਗੀਆਂ, ਤੁਹਾਡੀਆਂ ਵੀ ਸੀਗੀਆਂ ਇੰਟਰਵਿਊਜ਼, ਮਤਲਬ ਹਜ਼ਾਰਾਂ ਇੰਟਰਵਿਊਜ਼ ਨੇ ਉਸ ਤੇ, ਉਹ ਸਾਰੀਆਂ ਤਾਂ ਕੰਮ ਦੀਆਂ ਨਹੀਂ ਸੀਗੀਆਂ। ਮੈਂ ਕੋਸ਼ਿਸ਼ ਕੀਤੀ ਕਿ ਉਹ ਸਾਰਿਆਂ ਨੂੰ ਸੁਣ ਕੇ ਮੈਂ ਉਹਦੇ ਵਿੱਚੋਂ ਕੁਝ ਜੋ ਮੈਨੂੰ ਲੱਗ ਰਿਹਾ ਕਿ ਮੇਰੀ ਬੁੱਕ ਦੇ ਲਈ ਇਹ ਠੀਕ ਹੈ, ਇਹ ਗੱਲ ਮੂਸੇਵਾਲਾ ਜੀ ਦੇ ਮਰਡਰ ਨੂੰ ਦੇ ਉੱਤੇ ਹਿੰਟ ਕਰੇਗੀ ਜਾਂ ਇਹ ਗੱਲ ਉਹਨਾਂ ਦੀ ਸ਼ਖਸੀਅਤ ਤੇ ਹਿੰਟ ਕਰੇਗੀ, ਉਸ ਨੂੰ ਲੈ ਕੇ ਉਸ ਨੂੰ ਫਿਰ ਕੋਰੋਬੋਰੇਟ ਕੀਤਾ, ਕ੍ਰਾਸ ਚੈੱਕ ਕੀਤਾ। ਸੋ ਇਸ ਪ੍ਰੋਸੈਸ ਦੇ ਵਿੱਚ ਹੀ ਮੈਂ ਬੁੱਕ ਨੂੰ ਸਟਰਕਚਰ ਦਿੱਤਾ। ਬੜੀ ਮਿਹਨਤ ਲੱਗੀ ਹੋਈ ਦਿਖਦੀ ਵੀ ਹੈ, ਤੁਹਾਡੀ ਗੱਲਾਂ ਤੋਂ ਪਤਾ ਲੱਗਦਾ ਹੈ ਨਾ, ਕਿਉਂਕਿ ਕੋਈ ਵੀ ਆਪਾਂ ਕੰਮ ਕਰਦੇ ਹਾਂ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਨਾ। ਤੇ ਇੰਨੇ ਬੰਦਿਆਂ ਨੂੰ ਮਿਲਣਾ ਔਰ ਟਾਈਮ ਪੀਰੀਅਡ ਵੀ ਬਹੁਤ ਘੱਟ, 1 ਸਾਲ ਹੀ ਹੋਇਆ ਤੇ 1 ਸਾਲ ਤੋਂ 1 ਮਹੀਨਾ ਜ਼ਿਆਦਾ ਹੋਇਆ ਸਿਰਫ, ਤੇ ਉਸ ਦੇ ਦੌਰਾਨ ਹੀ ਸਾਰਾ ਕੁਝ ਹੋਣਾ। ਸੋ ਆਪਾਂ ਇਸ ਬੁੱਕ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਐਂਟਰੀ ਜਿਹੜੀ ਹੈਗੀ 29 ਮਈ 2022 ਤੋਂ ਬਾਅਦ ਹੋਈ ਹੈ ਨਾ, ਉਸ ਦਿਨ ਤੋਂ ਹੋਈ ਬੇਸਿਕਲੀ। ਉਸ ਤੋਂ ਪਹਿਲਾਂ ਵੀ ਤੁਸੀਂ ਕ੍ਰਾਈਮ ਰਿਪੋਰਟਿੰਗ ਸਿੱਧੂ ਮੂਸੇਵਾਲੇ ਦੇ ਉੱਤੇ ਕਰ ਰਹੇ ਸੀਗੇ ਹੈ ਨਾ, ਸੋ ਉਹ ਕਦੋਂ ਤੋਂ ਕਰ ਰਹੇ ਸੀਗੇ ਬੇਸਿਕਲੀ? ਐਕਚੁਅਲੀ ਮੇਰਾ ਮੇਨ ਜੋ ਏਰੀਆ ਆਫ ਆਪਰੇਸ਼ਨ ਹੈ ਉਹ ਪੰਜਾਬ ਪੁਲਿਸ ਹੈੱਡਕੁਆਰਟਰ ਹੈ, ਹਾਂਜੀ, ਐਂਡ ਪੰਜਾਬ ਇੰਟੈਲੀਜੈਂਸ ਮੋਹਾਲੀ, ਪਲੱਸ ਜਿੰਨੇ ਵੀ ਯੂਨਿਟਸ ਨੇ ਜੋ ਸਟੇਟ ਲੈਵਲ ਯੂਨਿਟਸ ਨੇ। ਬਾਕੀ ਸਾਡੇ ਹਰ ਜਗ੍ਹਾ ਰਿਪੋਰਟਰਸ ਹੁੰਦੇ ਨੇ ਜੀ ਜੋ ਸਪੌਟਸ ਕਵਰ ਕਰਦੇ ਨੇ, ਜਿਹੜੇ ਮੇਜਰ ਨੇ, ਗੈਂਗ ਵਾਰਸ ਹੋ ਗਿਆ, ਟੈਰਰਿਜ਼ਮ ਹੋ ਗਿਆ, ਬੰਬ ਬਲਾਸਟ ਹੋ ਗਏ, ਜਿੱਥੇ ਤੁਹਾਨੂੰ ਬਹੁਤ ਸਟੇਟ ਲੈਵਲ ਜਾਂ ਨੈਸ਼ਨਲ ਲੈਵਲ ਇਸ਼ੂ ਹੈ, ਉੱਥੇ ਫਿਰ ਚੰਡੀਗੜ੍ਹ ਤੋਂ ਅਸੀਂ ਐਕਟਿਵਲੀ ਉਹਦੇ 'ਚ ਕੰਮ ਕਰਦੇ ਹੈਗੇ ਆ। ਸੋ ਇਸ ਦੇ ਵਿੱਚ ਅਸੀਂ ਉੱਥੋਂ ਦੀ ਹੀ ਮਤਲਬ ਉਹਦੇ ਵਿੱਚ ਤਾਂ ਇੱਥੋਂ ਹੀ ਸਾਰਾ ਕੁਝ ਹੋਇਆ। ਐਂਡ ਸੈਕੰਡਲੀ ਉਹਨਾਂ ਦੇ ਉੱਤੇ ਜਿਹੜੀਆਂ 2 FIRs ਹੋਈਆਂ ਸੀਗੀਆਂ, ਆਲਮੋਸਟ ਸਾਰੀਆਂ FIRs ਹੀ ਪੰਜਾਬ ਪੁਲਿਸ ਹੈੱਡਕੁਆਰਟਰ ਤੋਂ ਆਰਡਰ ਦੇ ਨਾਲ ਹੋਈਆਂ ਸੀ। ਬਿਊਰੋ ਆਫ ਇਨਵੈਸਟੀਗੇਸ਼ਨ ਨੇ ਕੀਤੀਆਂ ਸੀ ਜੀ, ਕ੍ਰਾਈਮ ਬ੍ਰਾਂਚ ਨੇ ਕੀਤੀਆਂ ਸੀ, 1-2 ਵਿੱਚ ਇਨਕੁਆਇਰੀਜ਼ ਹੋਈਆਂ ਸੀਗੀਆਂ, DGP ਦੇ ਆਰਡਰ ਤੋਂ ਪਰਚੇ ਹੋਏ ਸੀ। ਸੋ ਇਸ ਕਰਕੇ ਮੈਂ ਉਹਨਾਂ ਨੂੰ ਕਵਰ ਕੀਤਾ ਸੀ, ਹਾਲਾਂਕਿ ਇਨਸੀਡੈਂਟਸ ਤਾਂ ਸਟੇਟਸ ਹੋਏ ਸੀਗੇ। ਸੋ ਇਸ ਕਰਕੇ ਮੈਨੂੰ ਉਹ ਸੀਗਾ। ਫਿਰ ਮੇਰੀ ਮੁਲਾਕਾਤ ਤਾਂ ਨਹੀਂ ਹੋ ਪਾਈ, ਮੈਨੂੰ ਬੜਾ ਅਫਸੋਸ ਹੈ ਇਸ ਗੱਲ ਦਾ, ਬਿਕੋਜ਼ ਜਦੋਂ ਤੁਹਾਡੀ ਮੁਲਾਕਾਤ ਹੁੰਦੀ ਹੈ ਤਾਂ ਤੁਸੀਂ ਸ਼ਖਸ ਨੂੰ ਪੂਰੀ ਤਰ੍ਹਾਂ ਸਮਝਦੇ ਹੋ ਰਾਦਰ ਦੈਨ ਥਰੂ ਇੰਟਰਵਿਊਜ਼ ਜਾਂ ਕਿਸੇ ਤੋਂ ਹੋਰ। ਤੇ ਮੇਰਾ ਬਸ ਇੰਨਾ ਹੀ ਸੀਮਤ ਸੀਗਾ ਕਿ ਮੈਂ ਉਹ FIRs ਵਗੈਰਾ ਰਿਪੋਰਟ ਕੀਤੀਆਂ ਸੀ। ਤੇ ਹੁਣ ਆਪਾਂ ਹੂ ਕਿਲਡ ਮੂਸੇਵਾਲਾ ਬੁੱਕ ਦੇ ਉੱਤੇ ਆਨੇ ਆ ਜੀ। ਹੂ ਕਿਲਡ ਮੂਸੇਵਾਲਾ ਦੇ ਵਿੱਚ ਜਿਵੇਂ ਕਿ ਤੁਸੀਂ ਕਿਹਾ ਕਿ ਬਾਅਦ ਦੇ ਵਿੱਚ ਹੈ ਨਾ ਮੇਰੀ ਐਂਟਰੀ ਹੋਈ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਤੇ ਉਸ ਤੋਂ ਬਾਅਦ ਜਿਹੜੀ ਪਰਮਿਸ਼ਨਸ ਨੇ ਉਹ ਪੇਰੈਂਟਸ ਤੋਂ ਲਿੱਤੀਆਂ ਗਈਆਂ ਜਾਂ ਮਤਲਬ ਕਿ ਕਿੱਦਾਂ ਸਾਰਾ ਕੁਝ? ਬੇਸਿਕਲੀ ਸਿੱਧੂ ਮੂਸੇਵਾਲਾ ਵਾਲੀ ਹੂ ਕਿਲਡ ਮੂਸੇਵਾਲਾ ਜਿਹੜੀ ਬੁੱਕ ਹੈ ਨਾ, ਇਹ ਇੱਕ ਕ੍ਰਾਈਮ ਰਿਪੋਰਟਰ ਦਾ ਅਕਾਊਂਟ ਹੈ, ਮੇਰਾ ਅਕਾਊਂਟ ਹੈਗਾ। ਮੈਂ ਜਿਵੇਂ ਸੀਨ 'ਚ ਆਇਆ, ਜੋ ਮੈਂ ਓਬਜ਼ਰਵ ਕੀਤਾ ਹੈਗਾ, ਇਹ ਆਥੋਰਾਈਜ਼ਡ ਬਾਇਓਗ੍ਰਾਫੀ ਨਹੀਂ ਹੈਗੀ। ਸੋ ਜਦੋਂ ਤੁਸੀਂ ਆਥੋਰਾਈਜ਼ਡ ਬਾਇਓਗ੍ਰਾਫੀਜ਼ ਜਾਂਦੇ ਹੋ ਫਿਰ ਤੁਹਾਨੂੰ ਪਰਮਿਸ਼ਨਸ ਲੈਣੀਆਂ ਪੈਂਦੀਆਂ ਨੇ। ਪਰ ਮੈਂ ਉਹਨਾਂ ਨੂੰ ਮਿਲਿਆ, ਮੈਂ ਜੋ ਵੀ ਉਹਦੇ 'ਚ ਕੈਰੈਕਟਰ ਆਇਆ ਨਾ, ਮੈਂ ਹਰੇਕ ਨੂੰ ਮਿਲਿਆ ਹੈਗਾ ਤੇ ਉਹਨਾਂ ਨੂੰ ਸਮਝਣ ਦੀ, ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਂਡ ਉਹ ਜੋ ਵੀ ਉਹਨਾਂ ਨਾਲ ਗੱਲਬਾਤ ਹੋਈ ਉਹ ਬੁੱਕ ਦਾ ਹਿੱਸਾ ਬਣੀ। ਮੈਂ ਇਹ ਸਵਾਲ ਤਾਂ ਪੁੱਛਿਆ, ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਬੋਲੇ ਵੀ ਹੋਣਗੇ, ਬਹੁਤ ਸਾਰਿਆਂ ਨੇ ਮਨਾ ਵੀ ਕੀਤਾ ਹੋਊਗਾ, ਬਹੁਤ ਸਾਰੇ ਬੋਲ ਕੇ ਮੁੱਕਰੇ ਵੀ ਹੋਣਗੇ। ਸੋ ਇੱਦਾਂ ਦੇ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਹੋਣਗੀਆਂ, ਉਹ ਸਾਰੀਆਂ ਚੀਜ਼ਾਂ ਓਬਜ਼ਰਵ ਕੀਤੀਆਂ, ਕਿਉਂਕਿ ਬਹੁਤ ਸਾਰਾ ਕੁਝ ਉਹਨਾਂ ਚੀਜ਼ਾਂ ਤੋਂ ਵੀ ਕਲੀਅਰ ਹੁੰਦਾ ਹੈ, ਕਾਫੀ ਚੀਜ਼ਾਂ ਇਸ ਚੀਜ਼ ਦੇ ਵਿੱਚ। ਯੈਸ ਇਨਫੈਕਟ ਪਹਿਲੇ 6 ਮਹੀਨੇ ਤਾਂ ਐਵਰੀਵਨ ਵਾਸ ਰਿਲੈਕਟੈਂਟ, ਗੱਲ ਨਹੀਂ ਸੀ ਕਰਨਾ ਚਾਹੁੰਦੇ, ਇਵਨ ਪੁਲਿਸ ਅਫੀਸ਼ੀਅਲ ਗੱਲ ਨਹੀਂ ਸੀ ਕਰਨਾ ਚਾਹੁੰਦੇ ਹੈਗੇ, ਬਿਕੋਜ਼ ਕੇਸ ਦਾ ਦੇਖੋ ਈਵਨ ਟੁਡੇ ਅਜੇ ਵੀ ਕੇਸ ਓਪਨ ਹੈ, ਇਨਵੈਸਟੀਗੇਸ਼ਨ ਪੁਲਿਸ ਨੇ ਆਫੀਸ਼ੀਅਲੀ ਬੰਦ ਨਹੀਂ ਕੀਤੀ ਹੈ, ਹਾਲਾਂਕਿ ਉਹਨਾਂ ਨੇ ਕੋਈ ਨਵਾਂ ਐਕਿਊਜ਼ਡ ਨੇ ਇਹਦੇ 'ਚ ਨੋਮੀਨੇਟ ਨਹੀਂ ਕੀਤਾ, ਕੋਰਟ ਨੇ ਚਾਰजेस ਨਹੀਂ ਫਰੇਮ ਕੀਤੇ, ਪੁਲਿਸ ਨੇ ਚਲਾਨ ਦੇ ਦਿੱਤਾ ਹੈਗਾ 31 ਬੰਦਿਆਂ ਦੇ ਖਿਲਾਫ, ਜਿਨ੍ਹਾਂ 'ਚੋਂ 4 ਬਾਹਰ ਨੇ, ਜੋਗਿੰਦਰ ਜੋਗਾ, ਅਨਮੋਲ ਬਿਸ਼ਨੋਈ, ਗੋਲਡੀ ਬਰਾੜ ਤੇ ਸਚਿਨ ਥਾਪਨ। ਐਂਡ ਬਾਕੀ 27 ਵਿੱਚੋਂ 2 ਮਾਣੂ ਕੂਸਾ ਤੇ ਜਗਰੂਪ ਰੂਪਾ ਦਾ ਐਨਕਾਊਂਟਰ ਹੋ ਚੁੱਕਾ ਹੈ, 25 ਜੇਲ੍ਹ 'ਚ ਨੇ। ਸੋ ਉਹਨਾਂ ਦੇ ਪੁਲਿਸ ਚਲਾਨ ਹੋਇਆ, ਕੋਰਟ ਨੇ ਚਾਰजेस ਨਹੀਂ ਫਰੇਮ ਕੀਤੇ। ਸੋ ਅਜੇ ਬਹੁਤ ਓਪਨ ਹੈ। ਪਹਿਲੇ 6 ਮਹੀਨੇ ਤੁਸੀਂ ਯਕੀਨ ਨਹੀਂ ਕਰੋਗੇ, ਮਤਲਬ ਲੋਕ ਸੋਚਦੇ ਸੀ ਯਾਰ ਕਿ ਮੈਂ ਕੁਝ ਬੋਲਿਆ ਤੇ ਮੈਂ ਸਸਪੈਕਟ ਬਣ ਜਾਵਾਂਗਾ, ਜਾਂ ਮੇਰੇ ਕਹਿਣ ਦੇ ਉੱਤੇ ਹੋ ਸਕਦਾ ਪੁਲਿਸ ਕਿਸੇ ਹੋਰ ਨੂੰ ਚੱਕ ਲਵੇ,
ਜਾਂ ਕੁਝ ਮਤਲਬ ਕੋਈ ਉਹਨੂੰ ਹੋਰ ਹੀ ਡਰ ਹੁੰਦਾ ਹਰ ਇੱਕ ਹਾਂ, ਨੂੰ। ਮਤਲਬ ਸੋ ਇਸ ਕਰਕੇ ਬਹੁਤ ਮੁਸ਼ਕਿਲ ਸੀ ਲੋਕਾਂ ਦੇ ਨਾਲ ਗੱਲ ਕਰਨਾ। ਸੋ ਮੈਂ ਬਹੁਤ ਜ਼ਿਆਦਾ ਰਿਲਾਈ ਕੀਤਾ ਹੈ ਜੋ ਪਬਲਿਕ ਡੋਮੇਨ 'ਚ ਉਹਨਾਂ ਦੇ ਇੰਟਰਵਿਊਜ਼ ਹੈ, ਪਰ ਮੈਂ ਉਹਨਾਂ ਦੀ ਇੰਟਰਵਿਊਜ਼ ਇੱਕ ਤਾਂ ਸੀਗੀਆਂ ਬਹੁਤ ਪਪੂਲਰ ਇੰਟਰਵਿਊਜ਼, ਤਾਜ਼ਾ ਇੰਟਰਵਿਊਜ਼, ਇੱਕ ਉਹਨਾਂ ਦਾ ਪੁਰਾਣਾ ਸੀਗਾ ਜਿਵੇਂ ਕੰਟੀਨੀ ਮੰਡੀਰ ਪ੍ਰੋਗਰਾਮ ਆਉਂਦਾ ਸੀ, ਆਈ ਥਿੰਕ MH ਜੀ ਉਹਨਾਂ ਦੀ ਪਹਿਲਾ ਇੱਕ ਬਾਈਟ ਸੀ ਸਭ ਤੋਂ ਪਹਿਲਾਂ ਉਹਦੇ 'ਚ ਉਹ ਸੀਗਾ ਜੀ, ਜਦੋਂ ਉਹਨਾਂ ਨੇ ਪਹਿਲਾ ਗਾਣਾ ਨਿੰਜਾ ਨੂੰ ਦਿੱਤਾ ਸੀਗਾ, ਉਸ ਤੋਂ ਬਾਅਦ ਫਿਰ ਉਹ ਇੰਟਰਵਿਊ ਦੇ ਵਿੱਚ ਦੱਸਿਆ ਸੀਗਾ ਕਿ ਮੇਰਾ ਆ ਗਾਣਾ ਆਇਆ। ਯੈਸ। ਫਿਰ ਉਹਨਾਂ ਦੇ ਜਿਹੜੇ 뮤직 ਟੀਚਰ ਹੈ ਹਰਵਿੰਦਰ ਬਿੱਟੂ, ਉਹਨਾਂ ਦਾ ਕਿਤੇ ਜ਼ਿਕਰ ਨਹੀਂ ਸੀ, ਉਹਨਾਂ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ। ਫਿਰ ਉਹਨਾਂ ਦੇ ਫਰੈਂਡ ਸੀਗੇ ਜਿਹੜੇ ਉਹਨਾਂ ਤੋਂ 1 ਸਾਲ ਅੱਗੇ ਸੀਗੇ ਮਾਨਸਾ ਸਕੂਲ ਵਿੱਚ ਤੇ ਕਬੱਡੀ ਖੇਡਦੇ ਸੀਗੇ। ਸੋ ਐਵੇਂ GNE ਦੇ ਮੈਂ ਕਾਫੀ ਪ੍ਰੋਫੈਸਰਸ ਨਾਲ ਗੱਲ ਕੀਤੀ। ਸੋ ਐਵੇਂ ਮੈਨੂੰ ਹੌਲੀ ਨਵੀਆਂ ਗੱਲਾਂ ਪਤਾ ਚੱਲੀਆਂ ਤੇ ਮੈਂ ਰੇਅਰ ਇੰਟਰਵਿਊਜ਼ ਵਿੱਚ ਗਿਆ, ਪੁਰਾਣੇ ਇੰਟਰਵਿਊਜ਼ ਦੇ ਵਿੱਚ ਗਿਆ, ਪੁਰਾਣੇ ਆਰਟੀਕਲਸ ਵਿੱਚ ਗਿਆ ਜੋ ਕਿ ਸੀਗੇ ਪਬਲਿਕ ਡੋਮੇਨ ਦੇ ਵਿੱਚ, ਬਟ ਦੇ ਵਰ ਨਾਟ ਵੈਰੀ ਪਪੂਲਰ। ਉਹ ਉਸ ਟਾਈਮ ਲਿਖੇ ਗਏ ਹੋਣਗੇ ਜਦੋਂ ਮੂਸੇਵਾਲਾ ਵਰਲਡ ਲੈਵਲ ਤੇ ਟੌਪ ਆਫ ਦੀ ਚਾਰਟਸ ਨਹੀਂ ਸੀਗਾ। ਸੋ ਪਰ ਉਹਦੇ ਵਿੱਚ ਵੀ ਉੱਥੇ ਗੱਲ ਨਹੀਂ ਖਤਮ ਹੁੰਦੀ। ਇੰਟਰਵਿਊ ਦੇ ਵਿੱਚ ਕਈ ਵਾਰ ਬਹੁਤ ਸਾਰੇ ਗੱਲਾਂ ਕਹੀ ਜਾਂਦੀਆਂ, ਕਲੇਮਸ ਕੀਤੇ ਜਾਂਦੇ ਨੇ, ਉਹਨਾਂ ਨੂੰ ਕੋਰੋਬੋਰੇਟ ਕਰਨਾ, ਜਿਵੇਂ ਮੈਂ ਪਹਿਲਾਂ ਹੀ ਦੱਸਿਆ, ਕਾਊਂਟਰ ਚੈੱਕ ਕਰਨਾ ਬਹੁਤ ਇੰਪੋਰਟੈਂਟ ਹੈ। ਸੋ ਇਹਦੇ ਵਿੱਚ 6 ਮਹੀਨੇ ਤੋਂ ਬਾਅਦ ਲੋਕਾਂ ਨੇ ਹੌਲੀ ਮੈਨੂੰ ਬੋਲਣਾ ਸ਼ੁਰੂ ਕੀਤਾ ਚੰਗੀ ਤਰ੍ਹਾਂ। ਸੋ ਮੈਂ ਉਹਦੇ 'ਚ ਜੋ ਵੀ ਇਨਕੋਰਪੋਰੇਟ ਕਰ ਪਾਇਆ ਬੁੱਕ ਦੇ ਵਿੱਚ ਉਹ ਕਰਾਂਗਾ। ਇਨਫੈਕਟ ਕਿਤਾਬ ਛਪਣ ਤੋਂ ਬਾਅਦ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਮੈਂ ਕੰਟੈਕਟ ਕੀਤਾ ਸੀ ਪਰ ਉਹ ਮੁੱਕਰ ਗਏ ਸੀਗੇ, ਉਹ ਹੁਣ ਮੈਨੂੰ ਫੋਨ ਕਰਕੇ ਢੇਰੋਂ ਸਾਰੀ ਇਨਫੋਰਮੇਸ਼ਨਸ ਦੇ ਰਹੇ ਨੇ। ਸੋ ਮੈਨੂੰ ਲੱਗਦਾ ਹੁਣ ਜਦੋਂ ਬੁੱਕ ਆ ਗਈ ਹੈ ਤੇ ਮੈਂ ਡਿਲੀਵਰ ਕੀਤਾ ਹੈਗਾ ਐਂਡ ਲੋਕਾਂ ਦਾ ਰਿਸਪੌਂਸ ਅੱਛਾ ਆ ਰਿਹਾ ਹੈ। ਮੈਂ ਉਸ ਬੁੱਕ ਦੇ ਵਿੱਚ ਕੋਈ ਸਾਈਡ ਨਹੀਂ ਲਿੱਤੀ। ਮੈਂ ਈਵਨ ਜਿਹੜੇ ਸ਼ੂਟਰਸ ਨੇ ਮੈਂ ਉਹਨਾਂ ਨੂੰ ਰਾਖਸ਼ਸ ਬਣਾ ਕੇ ਪੇਸ਼ ਨਹੀਂ ਕੀਤਾ, ਜਿਵੇਂ ਕਿ ਉਹਨਾਂ ਦਾ ਪੁਲਿਸ ਰਿਕਾਰਡ ਹੈ। ਮੈਂ ਉਹਨਾਂ ਨੂੰ ਐਜ਼ ਅ ਇਨਸਾਨ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਕਿਉਂ ਕੀਤਾ। ਐਂਡ ਸਿਮਿਲਰਲੀ ਮੈਂ ਸਿੱਧੂ ਮੂਸੇਵਾਲਾ ਨੂੰ ਵੀ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ। ਜਿੰਨੇ ਵੀ ਮੈਂ ਉਹਨਾਂ ਦੀ ਪੇਰੈਂਟਸ ਦੀ ਸੈਂਸਿਟੀਵਿਟੀ ਨੂੰ ਧਿਆਨ ਰੱਖਦੇ ਹੋਏ ਲਿਖ ਸਕਦਾ ਸੀ ਮੈਂ ਲਿਖਿਆ ਹੈ, ਐਂਡ ਸ਼ੂਟਰਸ ਦੇ ਪੇਰੈਂਟਸ ਦੀ ਸੈਂਸਿਟੀਵਿਟੀ ਨੂੰ ਵੀ ਧਿਆਨ ਰੱਖਦੇ ਹੋਏ, ਤੇ ਬਾਕੀ ਸਾਰਿਆਂ ਦੇ, ਕਿਉਂਕਿ ਦੇਖੋ ਫੈਕਟਸ ਸੈਕਰੋਸੈਂਕਟ ਨੇ। ਐਜ਼ ਅ ਜਰਨਲਿਸਟ ਮੈਂ ਫੈਕਟਸ ਤੋਂ ਪਰਾਂ ਨਹੀਂ ਹੋ ਸਕਦਾ। ਫੈਕਟਸ ਚੁੱਭ ਸਕਦੇ ਨੇ, ਉਹ ਕੌੜੇ ਹੋ ਸਕਦੇ ਨੇ, ਪਰ ਉਹ ਤਾਂ ਬੋਲਣਾ ਹੀ ਪੈਣਗੇ ਨਾ। ਜੇ ਮੈਂ ਫੈਕਟਸ ਨਹੀਂ ਬੋਲ ਰਿਹਾ ਫਿਰ ਮੈਂ ਆਪਣੇ ਆਪ ਨਾਲ ਧੋਖਾ ਕਰ ਰਿਹਾ। ਜਿੰਨੇ ਵੀ ਬੰਦੇ ਇਸ ਦੇ ਵਿੱਚ ਇਨਵੋਲਵਡ ਸੀਗੇ ਕੇਸ ਦੇ ਵਿੱਚ, ਹੈ ਨਾ, ਤੁਸੀਂ ਸਾਰਿਆਂ ਨਾਲ ਮਿਲੇ ਬੇਸਿਕਲੀ, ਜਿੰਨੇ ਵੀ ਸ਼ੂਟਰਸ ਵੀ ਸੀਗੇ ਉਹਨਾਂ ਦੀ ਫੈਮਿਲੀਜ਼ ਨਾਲ ਵੀ ਮਿਲੇ, ਗੱਲਬਾਤ ਕੀਤੀ। ਸੋ ਕੀ ਮਤਲਬ ਕਿ ਉਸ ਚੀਜ਼ਾਂ ਤੋਂ ਕੀ ਪਤਾ ਲੱਗਿਆ ਸਾਰਾ ਕੁਝ? ਉਹ ਵੀ ਬਹੁਤ ਰਿਲੈਕਟੈਂਟ ਸੀ। ਇਨਫੈਕਟ ਫੈਮਿਲੀਜ਼ ਤਾਂ ਭੱਜ ਹੀ ਗਈਆਂ ਸੀ ਐਨਕਾਊਂਟਰ ਤੋਂ ਬਾਅਦ। ਸੋ ਬਹੁਤ ਮੁਸ਼ਕਿਲ ਸੀ, ਕਿਉਂਕਿ ਉਹ ਬਹੁਤ ਟਾਈਮ ਟਫ ਸੀਗਾ ਉਹਨਾਂ ਵਾਸਤੇ ਵੀ ਤੇ ਤੁਹਾਡੇ ਵਾਸਤੇ ਇੱਕ ਚੈਲੰਜਿੰਗ ਟਾਈਮ ਸੀਗਾ ਕਿ ਤੁਸੀਂ ਉਹ ਸਾਰੀ ਇਨਫੋਰਮੇਸ਼ਨ। ਇਨਫੈਕਟ ਨਾ ਇਹ ਵਾਲੀ ਜਿਹੜੀ ਬੁੱਕ ਹੈ, ਮਤਲਬ ਮੇਰੀ ਪਿਛਲੇ 5 ਬੁੱਕਸ ਤੋਂ ਬਹੁਤ ਜ਼ਿਆਦਾ ਡਿਫਿਕਲਟ ਸੀ ਲਿਖਣੀ। ਇੱਕ ਤਾਂ ਇਸ ਬੁੱਕ ਦੇ ਵਿੱਚ ਵੈਸੇ ਹੀ ਟਰਾਮਾ ਸੀਗਾ, ਕਿਉਂਕਿ ਮੈਂ ਉਹਨਾਂ ਦੀ ਇੰਟਰਵਿਊ ਸੁਣਦਾ ਸੀ ਇੱਕ ਇਹੋ ਜਿਹੇ ਬੰਦੇ ਦੀ ਜਿਸ ਨੂੰ ਹੁਣੇ 30 ਗੋਲੀਆਂ ਉਸ ਤੇ ਬਰਸਾਈਆਂ ਗਈਆਂ। ਸੋ ਈਵਨ ਇੱਕ ਕ੍ਰਾਈਮ ਰਿਪੋਰਟਰ ਦੇ ਲਈ ਇਹ ਟਰਾਮਾ ਸੀਗਾ। ਫਿਰ ਜਿਹੜੇ ਉਹਨਾਂ ਦੇ ਗਾਣੇ ਨੇ, ਉਹਨਾਂ ਗਾਣਿਆਂ ਦੇ ਵਿੱਚ ਉਹ ਤੁਹਾਨੂੰ ਐਜੀਟੇਟ ਕਰਦੇ ਆ, ਗੁੱਸਾ ਦਿਵਾਉਂਦੇ ਹੈ ਨਾ। ਸੋ ਫੁੱਟ ਟੈਪਿੰਗ, ਇਕੱਲਾ ਫੁੱਟ ਟੈਪਿੰਗ ਨਹੀਂ ਹੈਗਾ, ਉਹ ਤੁਹਾਨੂੰ ਐਡਰੀਨਲ ਰਸ਼ ਆਉਂਦਾ ਤੁਹਾਡਾ। ਫਿਰ ਉਹਨਾਂ ਦੀ ਕਿਲਿੰਗ ਤੋਂ ਬਾਅਦ ਜਦੋਂ ਉਹ ਗਾਣਾ ਸੁਣਦੇ ਹੋ ਤਾਂ ਹੋਰ ਜ਼ਿਆਦਾ ਉਹਨੂੰ ਐਂਪਲੀਫਾਈ ਹੋ ਜਾਂਦਾ। ਫਿਰ ਤੁਸੀਂ ਉਹਨਾਂ ਦੇ ਪੇਰੈਂਟਸ ਦੀ ਰੈਗੂਲਰ ਇੰਟਰਵਿਊਜ਼ ਦੇਖ ਰਹੇ ਹੋ, ਉਹ ਸਾਰਾ ਕੁਛ ਨਾ ਤੁਹਾਡੇ ਉੱਤੇ ਵੇਅ ਕਰਦਾ, ਤੁਹਾਨੂੰ ਡਿਸਟਰਬ ਕਰਦਾ ਸੀਗਾ ਇਸ। ਸੋ ਇਹ ਬੁੱਕ ਮੇਰੇ ਲਈ ਲਿਖਣੀ ਬਹੁਤ ਔਖੀ ਸੀਗੀ। ਐਂਡ ਡੇਲੀ ਨਵਾਂ ਬਿਆਨ ਆਣਾ, ਕਿਸੇ ਨਾ ਕਿਸੇ ਦਾ ਬਿਆਨ ਆਣਾ, ਹੈ ਨਾ, ਬਹੁਤ ਸਾਰੀ ਚੀਜ਼ਾਂ ਟਵਿਸਟ ਹੋ ਜਾਂਦੀ ਸੀਗੀ, ਪੁਰਾਣੇ ਬਿਆਨ ਚੇਂਜ ਹੋ ਜਾਣਾ ਸਾਰਾ ਕੁਝ। ਸੋ ਇਸ ਦੀ ਮੈਂ ਤਾਂ ਆਪਣੇ ਵੱਲੋਂ ਬੁੱਕ ਨਵੰਬਰ 'ਚ ਮੇਰਾ ਸੀਗਾ ਕਿ 3 ਮਹੀਨੇ 'ਚ ਇਹ ਬੁੱਕ ਕੰਪਲੀਟ ਕਰਨੀ ਹੈ, ਬਿਕੋਜ਼ ਇਸ ਬੁੱਕ ਦਾ ਫਾਇਦਾ ਕੁਇਕ ਬੁੱਕ ਹੈ। ਮੇਰਾ ਮੰਨਣਾ ਹੈ ਅੱਜ ਦੀ ਹਾਲਾਤ ਤੇ ਅੱਜ ਬੁੱਕ ਲਿਖੋ ਤਾਂ ਕਿ ਤੁਸੀਂ ਫਿਊਚਰ ਸਿੱਧੂ ਮੂਸੇਵਾਲਾ ਨੂੰ ਬਚਾ ਲਓ। ਫਿਊਚਰ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਨੂੰ ਪਤਾ ਚੱਲ ਜਾਏ ਕਿ ਇਹ ਡੇਂਜਰਸ ਲੋਕ ਹੁੰਦੇ ਨੇ। ਮਿਊਜ਼ਿਕ ਇੰਡਸਟਰੀ ਦੇ ਧੋਖਿਆਂ ਤੋਂ ਬਚੋ, ਬਿਕੋਜ਼ ਨਵੇਂ ਸਿੰਗਰ ਨੂੰ ਤਾਂ ਬਹੁਤ ਧੋਖੇ ਮਿਲਦੇ ਹੈ ਨਾ। ਸੋ ਇਹ ਹੈਲਪਫੁਲ ਹੈ ਉਹਨਾਂ ਵਾਸਤੇ, ਬੇਸਿਕਲੀ ਹੈਲਪਫੁਲ ਹੈਗੀ। ਐਂਡ ਪਲੱਸ ਫਿਊਚਰ 'ਚ ਲਾਰੈਂਸ ਬਿਸ਼ਨੋਈ ਵੀ ਬਣਨ ਤੋਂ ਰੋਕਿਆ ਜਾਵੇ। ਬਿਲਕੁਲ। ਤੇ ਇਹ ਬੁੱਕ ਕਿੰਨੇ ਲੈਂਗੁਏਜਸ ਦੇ ਵਿੱਚ ਅਵੇਲੇਬਲ ਹੈਗੀ ਹੈ ਜਾਂ ਇੱਕ ਹੀ, ਜਿਵੇਂ ਇੰਗਲਿਸ਼ ਦੇ ਵਿੱਚ ਤਾਂ ਆ ਚੁੱਕੀ ਹੈ ਨਾ? ਇਹ ਇੰਗਲਿਸ਼ ਦੇ ਵਿੱਚ ਤਾਂ ਰਿਲੀਜ਼ ਹੋ ਚੁੱਕੀ ਹੈ ਜੀ। ਐਂਡ ਇਹ ਮੈਂ ਤੁਹਾਡੇ ਥਰੂ ਪਹਿਲੀ ਵਾਰੀ ਦੱਸ ਰਿਹਾ ਕਿ ਇਹਦਾ ਪਹਿਲਾ ਪ੍ਰਿੰਟ ਬਿਲਕੁਲ ਵਿਕ ਚੁੱਕਾ ਹੈ। ਇਹ ਜੋ ਰਿਕਾਰਡ ਹੈ ਕਿ 18 ਦਿਨ ਦੇ ਵਿੱਚ ਇਸ ਦੀ 5000 ਦੇ ਕਰੀਬ ਕਾਪੀਜ਼ ਵਿਕ ਚੁੱਕੀਆਂ। ਕੀ ਬਾਤ ਹੈ। ਐਂਡ ਹੁਣ ਇਹ ਸੈਕੰਡ ਪ੍ਰਿੰਟ ਅੱਜ ਹੀ ਆਰਡਰ ਹੋਇਆ ਹੈਗਾ।
ਐਂਡ ਹੁਣ ਇਹ ਪੰਜਾਬੀ ਅਤੇ ਹਿੰਦੀ ਦੀ ਟਰਾਂਸਲੇਸ਼ਨ ਅਸੀਂ ਕਮਿਸ਼ਨ ਕਰ ਦਿੱਤੀ ਹੈਗੀ ਹੈ। ਮੈਨੂੰ ਲੱਗਦਾ ਕਿ ਬਹੁਤ ਜਲਦੀ ਅਸੀਂ ਉਹਨੂੰ ਵਾਰ ਫੁੱਟਿੰਗ ਤੇ ਕੰਮ ਕਰ ਰਹੇ ਹਾਂ। ਜੇ ਇੰਗਲਿਸ਼ ਦੀ ਬੁੱਕ 3 ਮਹੀਨਿਆਂ 'ਚ ਪੂਰੀ ਹੋਈ ਹੈ ਤਾਂ ਟਰਾਂਸਲੇਸ਼ਨ ਉਸ ਤੋਂ ਕੋਸ਼ਿਸ਼ ਹੈ ਵੀ ਅੱਧੇ ਸਮੇਂ 'ਚ ਪੂਰਾ ਹੋ ਕੇ ਕਿਤਾਬ ਮਿਲ ਜਾਏ। ਬਿਕੋਜ਼ ਮੈਨੂੰ ਇਨਫੈਕਟ ਨਾ ਕਿਤਾਬ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਸਿੱਧੂ ਮੂਸੇਵਾਲਾ ਨੂੰ ਜਿਹੜੇ ਉਹਦੇ ਫੈਨ ਸੀਗੇ ਉਹਨਾਂ ਦਾ ਇੰਨਾ ਕੀ ਪਾਗਲਪਨ ਸੀਗਾ। ਮੈਨੂੰ ਬਹਰੀਨ, ਬੈਲਜੀਅਮ ਵਰਗੇ ਕੰਟਰੀਜ਼ ਤੋਂ ਆ ਰਿਹਾ ਕਿ ਸਾਨੂੰ ਪੰਜਾਬੀ ਦੀ ਬੁੱਕ ਦੇ ਦਿਓ, ਸਾਨੂੰ ਇੰਗਲਿਸ਼ ਦੀ ਬੁੱਕ ਭਿਜਵਾਓ, ਹਿੰਦੀ। ਮੈਨੂੰ ਪਾਕਿਸਤਾਨ ਤੋਂ ਆਇਆ ਕਿ ਇਸ ਨੂੰ ਤੁਸੀਂ ਉਰਦੂ ਜਾਂ ਪਰਸ਼ੀਅਨ ਦੇ ਵਿੱਚ ਕਰੋ। ਗੁਜਰਾਤ ਤੋਂ ਡਿਮਾਂਡ ਆ ਰਹੀ ਹੈ ਜੀ, ਤੇਲਗੂ ਲੈਂਗੁਏਜ ਦੀ ਡਿਮਾਂਡ ਆ ਰਹੀ ਹੈ। 2 ਡਿਮਾਂਡ ਸਾਨੂੰ ਨਾਰਥ ਈਸਟ ਤੋਂ ਵੀ ਆਈਆਂ, ਗੁਹਾਟੀ ਤੋਂ। ਇਟਸ ਨਾਟ ਜਸਟ ਕਿ ਸਿਰਫ ਪੰਜਾਬੀ ਹੀ ਡਿਮਾਂਡ ਕਰ ਰਹੇ, ਮਤਲਬ ਵਰਲਡ ਲੈਵਲ ਤੋਂ ਡਿਮਾਂਡਸ ਆ ਰਹੀਆਂ ਨੇ। ਸੋ ਇਹ ਟੋਟਲ 12 ਲੈਂਗੁਏਜਸ ਆ ਜਾਏਗੀ ਜੀ। ਤੇ ਆਫਲਾਈਨ ਹੀ ਹੈ ਜਾਂ ਆਨਲਾਈਨ ਵੀ ਅਵੇਲੇਬਲ ਹੈਗੀ ਅਗਰ ਕੋਈ ਆਨਲਾਈਨ ਸਟੱਡੀ ਕਰਨਾ ਚਾਹੁੰਦਾ ਹੋਵੇ? ਆਨਲਾਈਨ ਤੁਹਾਨੂੰ ਬੁੱਕ ਪਰਚੇਜ਼ ਕਰਨੀ ਪਏਗੀ, ਕਿੰਡਲ ਤੇ ਅਵੇਲੇਬਲ ਹੈ, Amazon, ਫਲਿੱਪਕਾਰਟ, ਜਿੰਨੇ ਵੀ ਇਹ ਪਲੇਟਫਾਰਮਸ ਨੇ ਉਸ ਤੇ ਹੈ। ਵੱਡੀ ਗੱਲ ਇਹ ਹੈ ਕਿ ਇਹ ਹੁਣ ਵਰਲਡ ਓਵਰ 30 ਜੂਨ ਤੱਕ ਮੋਸਟ ਪ੍ਰੋਬੇਬਲੀ ਵਰਲਡ ਓਵਰ ਤੁਹਾਨੂੰ ਅਵੇਲੇਬਲ ਹੋ ਜਾਏਗੀ। ਤੁਸੀਂ ਕਿਤੋਂ ਵੀ ਇਸ ਬੁੱਕ ਨੂੰ ਆਰਡਰ ਕਰ ਸਕਦੇ ਹੋ। ਉਹ ਪ੍ਰਿੰਟ ਔਨ ਡਿਮਾਂਡ ਆਰਡਰ ਹੁੰਦਾ ਹੈਗਾ। ਸੋ ਤੁਹਾਨੂੰ ਕਿਤਾਬ ਫਸਟ ਕਲਾਸ ਪ੍ਰਿੰਟ ਹੋ ਕੇ ਤੁਹਾਡੇ ਘਰ ਪਹੁੰਚ ਜਾਏਗੀ ਐਂਡ ਤੁਹਾਨੂੰ ਕਿੰਡਲ ਬੁੱਕ ਵੀ ਅਵੇਲੇਬਲ ਹੋ ਜਾਏਗੀ ਵਰਲਡ। ਤੇ ਸਰ ਮੈਂ ਇੱਕ ਹੋਰ ਗੱਲ ਪੁੱਛਣੀ ਚਾਹੂੰਗਾ, ਜਿਵੇਂ ਕਿ ਤੁਸੀਂ ਦੱਸਿਆ ਕਿ ਮੈਂ ਉਹਨਾਂ ਦੀ ਫੈਮਿਲੀ ਨੂੰ ਮਿਲਿਆ, ਫਰੈਂਡਸ ਨੂੰ ਮਿਲਿਆ, ਬਹੁਤ ਸਾਰੇ ਟੀਚਰਸ ਨੂੰ ਮਿਲਿਆ, GNE ਦੇ ਹੋ ਗਏ, ਉਹਨਾਂ ਦੇ ਮਿਊਜ਼ਿਕ ਟੀਚਰ ਹੋ ਗਏ, ਇਹ ਉਹ। ਤੇ ਇੰਡਸਟਰੀ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਇੱਕ ਰੋਲ ਤਾਂ ਹੈਗਾ ਹੀ ਸੀਗਾ, ਹੈ ਨਾ, ਆਪਾਂ ਸਾਰੇ ਜਾਣਦੇ। ਇਸੇ ਕਰਕੇ ਉਹਨਾਂ ਨੇ ਵਰਲਡ ਲੈਵਲ ਤੇ ਨਾਮ ਪਹੁੰਚਿਆ। ਤੇ ਇੰਡਸਟਰੀ ਦੇ ਵਿੱਚ ਵੀ ਉਹਨਾਂ ਦੇ ਬਹੁਤ ਸਾਰੇ ਦੋਸਤ ਐਸੇ ਵੀ ਸੀ ਜਿਹੜੇ ਕਿ ਉਹਨਾਂ ਦੇ ਨਾਲ ਜਿਉਂਦੇ ਜੀ ਸੀਗੇ, ਬਟ ਜਦੋਂ ਡੈਥ ਹੋਈ ਤਾਂ ਉਹਨਾਂ ਦੇ ਪੇਰੈਂਟਸ ਦੇ ਵੀ ਬਿਆਨ ਸਾਹਮਣੇ ਆਏ ਨਾ, ਜਿਹੜੇ ਬਿਲਕੁਲ ਹੀ ਪਾਸਾ ਵੱਟ ਕੇ। ਤੇ ਉਹਨਾਂ ਕੋਲ ਵੀ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸੀਗੀ ਸਿੱਧੂ ਮੂਸੇਵਾਲੇ ਦੇ ਬਾਰੇ। ਸੋ ਇੰਡਸਟਰੀ ਦੇ ਵਿੱਚ ਕੌਣ ਬੰਦੇ ਦੇ ਕੋਲ ਤੁਸੀਂ ਹੈਗਾ ਐਸਾ ਬੰਦਾ ਜਿਹਦੇ ਕੋਲ ਤੁਸੀਂ ਗਏ ਤੇ ਕਿਸ ਨੇ ਜਵਾਬ ਦਿੱਤਾ? ਐਦਾਂ ਹੋਇਆ ਕਿ ਕਿਸੇ ਬੰਦੇ ਕੋਲ ਤੁਸੀਂ ਗਏ ਹੋਵੋ, ਬਹੁਤ ਸਾਰੇ ਲੋਕ ਮੁੱਕਰ ਗਏ ਹੋਣ ਤੇ ਬਹੁਤ ਸਾਰੇ ਲੋਕ ਖੁੱਲ੍ਹ ਕੇ ਬੋਲੇ ਵੀ ਹੋਣ? ਇਹਦੇ ਵਿੱਚ ਤੁਹਾਡੀ ਗੱਲ ਬਿਲਕੁਲ ਸਹੀ ਹੈ। ਤੁਸੀਂ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਹੋ, ਤੁਹਾਨੂੰ ਜ਼ਿਆਦਾ ਪਤਾ ਹੈ। ਸੋ ਬਹੁਤ ਜ਼ਿਆਦਾ ਰਿਲੈਕਟੈਂਟ ਸੀਗੇ, ਇਨਫੈਕਟ ਕਮਿਊਨੀਕੇਟ ਕਰਨ ਨੂੰ ਹੀ ਰਾਜ਼ੀ ਨਹੀਂ ਸੀਗੇ। ਫੋਨ ਲੈਣਾ ਤੇ ਕਿਸੇ ਵੀ ਤਰ੍ਹਾਂ ਦਾ ਕਮਿਊਨੀਕੇਸ਼ਨ ਮਿਊਜ਼ਿਕ ਇੰਡਸਟਰੀ ਨੇ ਨਹੀਂ ਕੀਤਾ। ਕੁਛ ਨੇ ਕੀਤਾ ਹੈਗਾ, ਉਹਨਾਂ ਤੋਂ ਜੋ ਇਨਫੋਰਮੇਸ਼ਨ ਮਿਲੀ ਉਹ ਕ੍ਰਾਸ ਚੈੱਕ ਕਰਕੇ ਮੈਂ ਬਿਨਾਂ ਉਹਨਾਂ ਦਾ ਨਾਂ ਛਾਪੇ ਉਹਦੇ 'ਚ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਕੁਛ ਨੇ ਮੈਨੂੰ ਦੱਸੀਆਂ ਗੱਲਾਂ ਜੋ ਉਹਨਾਂ ਦੇ ਨਾਮ ਹੇਠਾਂ ਛਪੀਆਂ ਨੇ ਬੁੱਕ ਦੇ ਵਿੱਚ। ਜਿਵੇਂ ਬੰਟੀ ਬੈਂਸ ਸੀਗੇ, ਬੰਟੀ ਬੈਂਸ ਉਹਨਾਂ ਨਾਲ ਕਾਫੀ ਦੇਰ ਜੁੜੇ ਰਹੇ ਨੇ। ਸੋ ਉਹਨਾਂ ਦੇ ਫਾਈਨੈਂਸ਼ੀਅਲ ਵੀ ਸੰਭਾਲਦੇ ਰਹੇ ਨੇ। ਸੋ ਉਹਨਾਂ ਨੇ ਮੈਨੂੰ ਕਾਫੀ ਇਨਸਾਈਟ ਦਿੱਤੀ ਉਹਨਾਂ ਦੇ ਉਹਦੇ ਵਿੱਚ, ਸਪੈਸ਼ਲੀ ਕਿਵੇਂ ਮੂਸੇਵਾਲਾ ਚੰਡੀਗੜ੍ਹ ਆਉਂਦੇ ਸੀ ਤੇ ਉਹ ਰਾਤ ਨੂੰ ਘੁੰਮਦੇ ਸੀਗੇ ਸਕੂਟਰ ਦੇ। ਬਿਕੋਜ਼ ਮੈਂ ਜਿਨ੍ਹਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਮੈਨੂੰ ਇੱਕ ਗੱਲ ਇਹ ਜ਼ਰੂਰ ਕਹੀ ਕਿ ਮੂਸੇਵਾਲਾ ਬਹੁਤ ਜ਼ਿਆਦਾ ਸਫੋਕੇਟ ਫੀਲ ਕਰਦਾ ਸੀਗਾ ਕਿਉਂਕਿ ਉਹ ਬਾਹਰ ਘੁੰਮਣਾ ਚਾਹੁੰਦਾ ਸੀ, ਪਰ ਜਿੰਨੀਆਂ ਰਿਸਟ੍ਰਿਕਸ਼ਨਸ ਲੱਗ ਗਈਆਂ, ਸਿਕਿਉਰਿਟੀ ਇਸ਼ੂ ਹੋ ਗਏ ਜਾਂ ਉਹਨਾਂ ਨੂੰ ਥ੍ਰੈਟਸ ਆਉਣ ਲੱਗ ਪਏ, ਤਾਂ ਉਹਦੇ ਲਈ ਸਕੂਟਰ 'ਤੇ ਘੁੰਮਣਾ, ਜਿਹੜਾ ਬੰਦੇ ਦਾ ਮੈਨੂੰ ਦੱਸਿਆ ਗਿਆ ਵੀ ਉਹਦਾ ਵਰਥ 500 ਕਰੋੜ ਸੀਗਾ। ਸੋ ਇਹੋ ਜਿਹਾ ਬੰਦਾ ਤੜਪ ਰਿਹਾ ਕਿ ਯਾਰ ਮੈਂ ਚੰਡੀਗੜ੍ਹ ਦੀ ਸੜਕਾਂ 'ਤੇ ਸਕੂਟਰ 'ਤੇ ਘੁੰਮਣਾ ਹੈਗਾ। ਸੋ ਇਹ ਸ਼ੋਅ ਵੀ ਕਰਦਾ ਕਿ ਇੱਕ ਸਟਾਰ ਦੀ ਲਾਈਫ ਕਿੰਨੀ ਔਖੀ। ਸ਼ਾਇਦ ਇਹੀ ਇੱਕ ਕਾਰਨ ਵੀ ਬਣਿਆ, ਕਹਿ ਲਓ ਕਿ ਜਿਵੇਂ ਕਿ ਤੁਸੀਂ ਦੱਸਿਆ ਨਾ, ਸਫੋਕੇਟ ਹੋ ਚੁੱਕੇ ਸੀਗੇ ਬੇਸਿਕਲੀ ਕਿ ਮੈਂ ਬਾਹਰ ਘੁੰਮਣਾ ਚਾਹੁੰਦਾ। 29 ਮਈ ਨੂੰ ਵੀ ਜਦੋਂ ਉਹ ਬਾਹਰ ਨਿਕਲੇ ਤਾਂ ਇਕੱਲੇ ਇਸੇ ਕਰਕੇ ਸੀਗਾ ਕਿ ਸਿਕਿਉਰਿਟੀ ਨੂੰ ਉਹਨਾਂ ਨੇ ਮਨਾ ਕਰ ਦਿੱਤਾ ਕਿ ਨਹੀਂ ਲੈ ਕੇ ਜਾਣਾ ਤੇ ਮੈਂ ਇੱਥੇ ਨਾਰਮਲੀ ਚੱਲਿਆ, ਹੈ ਨਾ। ਫਾਦਰ ਸਾਹਿਬ ਨੇ ਆਉਣ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਨੂੰ ਵੀ ਜਵਾਬ ਦੇ ਦਿੱਤਾ ਕਿ ਨਹੀਂ, ਮੈਂ ਜਾ ਕੇ ਆ ਜਾਵਾਂਗਾ, ਹੈ ਨਾ। ਸ਼ਾਇਦ ਇਹੀ ਇੱਕ ਰੀਜ਼ਨ ਬਣਿਆ ਕਿ ਉਹ ਉਹਨਾਂ ਲਈ ਟਾਈਮ ਜਿਹੜਾ ਹੈਗਾ ਅਨਲੱਕੀ ਟਾਈਮ ਬਣ ਗਿਆ ਬੇਸਿਕਲੀ, ਨਾ, ਬੈਡ ਟਾਈਮ ਬਣ ਗਿਆ ਉਹ ਬੇਸਿਕਲੀ। ਬਿਲਕੁਲ ਇਹ ਜਿਹੜਾ ਸਿਕਿਉਰਿਟੀ ਵਾਲਾ ਕੁਐਸਚਨ ਹੈ ਇਹ ਬਹੁਤ ਵੱਡਾ ਕੁਐਸਚਨ ਮਾਰਕ ਹੈ ਤੇ ਮੈਂ ਬੁੱਕ ਦੇ ਵਿੱਚ ਵੀ ਇਸ ਨੂੰ ਰੇਜ਼ ਕੀਤਾ ਹੈਗਾ। ਉਹਨਾਂ ਦੀ ਸਿਕਿਉਰਿਟੀ ਵਿਡਰੋ ਨਹੀਂ ਸੀ ਹੋਣੀ ਚਾਹੀਦੀ ਬਿਕੋਜ਼ ਬਹੁਤ ਜ਼ਿਆਦਾ ਥ੍ਰੈਟ ਪਰਸੈਪਸ਼ਨ ਸੀਗਾ। ਜੇ ਸਿਕਿਉਰਿਟੀ ਵਿਡਰੋ ਹੋਈ ਸੀ ਤਾਂ ਪਬਲਿਕ ਨਹੀਂ ਸੀ ਹੋਣੀ ਚਾਹੀਦੀ। ਜੇ ਪਬਲਿਕ ਹੋਈ ਸੀ ਤਾਂ ਉਹ ਗਲਤ ਪਬਲਿਕ ਹੋ ਗਈ ਉਹ, ਕਿਉਂਕਿ ਉਹਨਾਂ ਦੀ ਸਿਕਿਉਰਿਟੀ ਅੱਧੀ ਕੀਤੀ ਗਈ ਸੀ, ਪ੍ਰੂਨ ਕੀਤੀ ਗਈ ਸੀ, ਘਟਾਈ ਗਈ ਸੀ। ਜਦ ਕਿ ਇੰਪ੍ਰੈਸ਼ਨ ਇਹ ਚਲਾ ਗਿਆ ਕਿ ਸਿਕਿਉਰਿਟੀ ਪੂਰੀ ਵਿਡਰੋ ਹੋ ਗਈ, ਜਿਹੜੇ 4 ਦੇ 4 ਵਾਪਸ ਹੋ ਗਏ। ਸੋ ਜੇ ਤੁਸੀਂ ਉਦੋਂ ਦੀ ਖਬਰਾਂ ਮੈਂ ਦੇਖੀਆਂ ਨੇ ਉਹਦੇ 'ਚ ਜ਼ਿਆਦਾਤਰ ਖਬਰਾਂ ਦੇ ਵਿੱਚ ਇਹੀ ਹੈਡਿੰਗ ਹੈ ਜੀ ਕਿ ਉਹ ਸਿਕਿਉਰਿਟੀ ਵਾਪਸ ਲੈ ਲਈ, ਜਦ ਕਿ ਉਹਨਾਂ ਕੋਲ 2 ਸੀਗੇ ਜੀ। ਤੇ ਹੋਰ ਵੀ ਬਹੁਤ ਸਾਰੇ ਜਿਵੇਂ ਪੋਲੀਟੀਸ਼ੀਅਨ ਸੀਗੇ ਜਿਨ੍ਹਾਂ ਦੇ ਵਿੱਚ, ਹੈ ਨਾ, 424 ਜਣਿਆਂ ਦੀ ਘਟਾਈ ਗਈ ਸੀ ਜੀ। ਤਾਂ ਇਸ ਕਰਕੇ 29 ਮਈ ਨੂੰ ਇਹ
ਹੁਣ ਕਿਸੇ ਦੀ ਆਈ ਹੋ ਕਹਿ ਲਓ ਜਾਂ ਗਲਤੀ ਕਹਿ ਲਓ ਕਿ ਤੁਸੀਂ ਸਿਕਿਉਰਿਟੀ ਗਾਰਡ ਜਿਹੜੇ ਤੁਹਾਡੇ ਕੋਲ ਹੈ ਤੁਹਾਨੂੰ ਨਾਲ ਰੱਖਣੇ ਚਾਹੀਦੇ ਨੇ, ਇਹ ਤਾਂ ਬਹੁਤ ਜ਼ਰੂਰੀ ਹੈ। ਪਰ ਹੋ ਸਕਦਾ ਹੈ ਕਈ ਵਾਰ ਇੱਕ ਆਰਟਿਸਟ ਹੈ, ਉਹਨੇ ਜਿਵੇਂ ਉਹਨੂੰ ਬਰੀਥਿੰਗ ਸਪੇਸ ਚਾਹੀਦੀ ਹੁੰਦੀ ਸੀ, ਐਂਡ ਸੋ ਬਰੀਥਿੰਗ ਸਪੇਸ ਦੇ ਵਿੱਚ ਕਈ ਵਾਰ ਉਹਨੂੰ ਹੁੰਦਾ ਯਾਰ ਮੈਂ ਆਪਣੇ ਦੋਸਤਾਂ ਨਾਲ ਗੱਲਾਂ ਮਾਰਾਂਗਾ, ਦਿਲ ਦੀਆਂ ਗੱਲਾਂ ਕਰਾਂਗੇ। ਆਪਣੇ ਕੋਲ ਆਪਣੇ ਦੋਸਤਾਂ ਨਾਲ ਕਈ ਤਰ੍ਹਾਂ ਦੀ ਇਵਨ ਕੈਜੂਅਲ ਟਾਕ ਵੀ ਤੁਹਾਨੂੰ ਸਟ੍ਰੈਸ ਫਰੀ ਕਰਦੀ ਹੈਗੀ ਹੈ। ਮੈਨੂੰ ਲੱਗਦਾ ਸ਼ਾਇਦ ਮੂਸੇਵਾਲਾ ਉਹ ਕਰਨਾ ਚਾਹੁੰਦੇ ਸੀਗੇ। ਤੇ ਬਹੁਤ ਸਾਰੀਆਂ ਗੱਲਾਂ ਜਿਵੇਂ ਹੁਣ ਤੁਸੀਂ ਦੱਸਿਆ ਹੈ ਨਾ, ਵੈਸੇ ਤਾਂ ਪਬਲਿਕ ਵੀ ਹੈਗੀਆਂ ਉਹ ਗੱਲਾਂ ਸਿੱਧੂ ਮੂਸੇਵਾਲੇ ਦੇ ਆਪ ਦੇ ਮੂੰਹੋਂ ਵੀ, ਕਿ ਇਸ ਇੰਡਸਟਰੀ ਨੂੰ ਚੰਗਾ ਨਹੀਂ ਸਮਝਦੇ ਸੀਗੇ, ਹੈ ਨਾ। ਉਹ ਕਹਿੰਦੇ ਸੀ ਦੋਗਲੇ ਟਾਈਪ ਦੇ ਬੰਦੇ ਬਹੁਤ ਸਾਰੇ ਇੰਡਸਟਰੀ ਦੇ ਵਿੱਚ ਹੈਗੇ, ਜਿਹੜੇ ਕਿ ਪਿੱਠ ਪਿੱਛੇ ਹੋਰ ਤੇ ਮੂੰਹ ਤੇ ਕੁਝ ਹੋਰ ਹੈਗੇ, ਹੈ ਨਾ। ਤੇ ਐਸੇ ਕੁਝ ਉਹਨਾਂ ਦੇ ਸਰਕਲ ਦੇ ਵਿੱਚ ਵੀ ਸੀਗੇ, ਕਿਉਂਕਿ ਇਹ ਵੀ ਆਪਾਂ ਜਾਣਦੇ ਹਾਂ ਕਿ ਉਹਨਾਂ ਦਾ ਜਿਹੜਾ ਫਰੈਂਡ ਸਰਕਲ ਸੀਗਾ ਉਹ ਬਣਦਾ ਵੀ ਬਹੁਤ ਛੇਤੀ ਸੀਗਾ ਤੇ ਟੁੱਟਦਾ ਵੀ ਬਹੁਤ ਛੇਤੀ ਸੀਗਾ ਉਹਨਾਂ ਦਾ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ। ਤਾਂ ਜਿੰਨੀ ਇਨਫੋਰਮੇਸ਼ਨ ਤੁਸੀਂ ਹੈ ਨਾ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚੋਂ ਕੁਝ ਚੀਜ਼ਾਂ ਇਹੋ ਜਿਹੀਆਂ ਪਤਾ ਲੱਗੀਆਂ ਕਿ ਕਿਉਂ ਸਿੱਧੂ ਮੂਸੇਵਾਲੇ ਦੇ ਜਿਹੜੇ ਰਿਲੇਸ਼ਨ ਬਣਦੇ ਉਹ ਟੁੱਟਦੇ ਨਹੀਂ ਛੇਤੀ ਸੀਗੇ, ਕਿਉਂਕਿ ਬੁੱਕ ਦੇ ਵਿੱਚ ਸ਼ਾਇਦ ਤੁਸੀਂ ਇਹ ਵੀ ਇੱਕ ਪੱਖ ਰੱਖਿਆ ਹੋਊਗਾ। ਜੀ ਮੈਂ ਉਹਦੇ 'ਚ ਹਿੰਟ ਦਿੱਤਾ, ਪਰ ਮੈਂ ਇਸ ਦੇ ਰਿਵਾਈਜ਼ਡ ਐਡੀਸ਼ਨ ਦੇ ਉੱਤੇ ਕੰਮ ਕਰ ਰਿਹਾ ਬਿਕੋਜ਼ ਬਹੁਤ ਸਾਰੇ ਲੋਕ ਹੁਣ ਬੋਲ ਰਹੇ ਨੇ ਜੀ। ਸੋ ਉਹ ਜਿਹੜੀ ਉਹਨਾਂ ਦੀ ਉਹ ਗੱਲਾਂ ਨੇ, ਉਹਦਾ ਕੀ ਮਰਡਰ ਤੇ ਇੰਪੈਕਟ ਹੈਗਾ ਕਿ ਨਹੀਂ, ਮੈਂ ਇਹ ਦੇਖ ਰਿਹਾ ਕਿ ਉਹ ਕਿੰਨੇ ਕੁ ਗੱਲਾਂ ਠੀਕ ਨੇ। ਬਿਕੋਜ਼ ਜੇ ਦੇਖੋ ਸ਼ਖਸੀਅਤ ਹੁੰਦੀ ਹੈ, ਜਦੋਂ ਤੁਹਾਨੂੰ ਇੰਨੇ ਲੋਕ ਪਿਆਰ ਕਰਦੇ ਹੈ ਤਾਂ ਜੇ ਤੁਸੀਂ ਵੈਸੇ ਹੀ ਚੁੱਪ ਕਰ ਜਾਓ, ਹੈ ਨਾ, ਤੁਸੀਂ ਥੱਕ ਗਏ ਹੋ ਬੋਲ ਬੋਲ ਕੇ, ਤਾਂ ਲੋਕ ਕਹਿੰਦੇ ਯਾਰ ਇਹ ਤਾਂ ਇਹਨੂੰ ਹੁਣ ਗਰੂਰ ਹੋ ਗਿਆ, ਐਰੋਗੈਂਟ ਹੋ ਗਿਆ, ਇਹਦਾ ਐਟੀਟਿਊਡ ਹੋ ਗਿਆ ਹੈਗਾ। ਹੋ ਸਕਦਾ ਤੁਹਾਡਾ ਸੱਚੀ ਐਟੀਟਿਊਡ ਹੋ ਗਿਆ ਹੋਵੇ, ਫਿਰ ਤੁਸੀਂ ਭਰੋਸਾ ਬਹੁਤ ਜਲਦੀ ਕਰ ਲੈਂਦੇ ਸੀ। ਸਿੱਧੂ ਮੂਸੇਵਾਲਾ ਬਹੁਤ ਜਲਦੀ ਭਰੋਸਾ ਕਰਦਾ ਸੀ, ਜੋ ਮੈਨੂੰ ਦੱਸਿਆ ਗਿਆ। ਤਾਂ ਭਰੋਸਾ ਟੁੱਟਦਾ ਵੀ ਸੀ, ਤਾਂ ਫਿਰ ਉਹ ਗੁੱਸੇ ਵੀ ਹੋ ਜਾਂਦੇ ਸੀ। ਸੋ ਇਹ ਸਾਰੇ ਐਸਪੈਕਟਸ ਸਮਝਣ ਵਾਲੇ ਨੇ। ਮੈਂ ਕੁਝ ਕੋਸ਼ਿਸ਼ ਕੀਤੀ ਹੈ, ਪਰ ਇਹਦੇ ਵਿੱਚ ਅੱਗੇ ਹੋਰ ਬਹੁਤ ਕੁਝ ਹੈ ਸਮਝਣ ਨੂੰ। ਆਈ ਹੋਪ ਕਿ ਮੈਨੂੰ ਕਿਉਂਕਿ ਬਹੁਤ ਸਾਰੇ ਐਸੇ ਕਲੋਜ਼ ਹੋਰ ਦੋਸਤ ਵੀ ਹੁੰਦੇ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਹੋਊਗਾ, ਹੈ ਨਾ, ਬਹੁਤ ਸਾਰੀਆਂ ਗੱਲਾਂ। ਖੈਰ ਪੜ੍ਹ ਕੇ ਤੁਹਾਨੂੰ ਜ਼ਿਆਦਾ ਜਾਣਕਾਰੀਆਂ ਮਿਲਣਗੀਆਂ, ਹੈ ਨਾ, ਬੁੱਕ ਦੇ ਵਿੱਚੋਂ। ਜੋ ਤੁਸੀਂ ਪੜ੍ਹੋਗੇ ਬਹੁਤ ਸਾਰਾ ਕੁਝ ਪਤਾ ਲੱਗੂਗਾ। ਬਟ ਮੈਂ ਚਾਹੁੰਦਾ ਸੀ ਕਿ ਕੁਝ ਚੀਜ਼ਾਂ ਜੋ ਸ਼ੇਅਰ ਕਰਨੀਆਂ ਚਾਹੁੰਦੇ ਹੋ ਤੁਸੀਂ, ਜਾਂ ਸ਼ੇਅਰ ਕੀਤੀਆਂ ਜਾ ਸਕਦੀਆਂ ਹੋਣ, ਕਿ ਹਾਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਆਪ ਨੂੰ ਅੰਦਰ ਮਨ ਦੇ ਵਿੱਚ ਡਰ, ਕੋਈ ਭੈ ਰਹਿੰਦਾ ਸੀਗਾ, ਕੁਝ ਇੱਦਾਂ ਦੀਆਂ ਗੱਲਾਂ ਹੈਗੀਆਂ। ਇੱਕ ਗੱਲ ਜੋ ਬਿਲਕੁਲ ਸਾਹਮਣੇ ਆਈ ਹੈਗੀ ਹੈ ਕਿ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਵਿੱਚ ਓਨੈਸਟੀ ਨਹੀਂ ਹੈ। ਜੇ ਕਿਸੇ ਕਲਾਕਾਰ ਦਾ, ਰਾਈਟਰ ਦਾ ਕੰਮ ਹੈ ਤਾਂ ਸਿਰਫ ਮੋਟਿਵ ਇਹ ਹੁੰਦਾ ਹੈ ਵੀ ਇਸ ਕੰਮ ਤੋਂ ਮੈਂ ਪੈਸੇ ਕਿਵੇਂ ਕਮਾਵਾਂ, ਇਹਨੂੰ ਆਪਣਾ ਕਿਵੇਂ ਬਣਾਵਾਂ। ਮੇਰੀ 6ਵੀਂ ਬੁੱਕ ਹੈ, ਸੋ ਮੈਨੂੰ ਕੁਝ ਬੁੱਕਸ ਤੇ ਫਿਲਮ ਮੇਕਰਸ ਨਾਲ ਗੱਲ ਕਰਨ ਦੇ ਮੌਕੇ ਮਿਲੇ ਨੇ, ਐਂਡ ਪਬਲਿਸ਼ਰਸ ਦੀ ਅਲੱਗ ਕਹਾਣੀ ਹੈਗੀ ਹੈ। ਸੋ ਹਰ ਕੋਈ ਕਹਿੰਦਾ ਕਿ ਅੱਛਾ ਇਸ ਦੀ ਮਿਹਨਤ ਹੈ, ਇਸ ਦਾ ਟੈਲੈਂਟ ਹੈ, ਠੀਕ ਹੈ, ਉਹਨੂੰ ਜ਼ੀਰੋ ਸਮਝਣਗੇ ਪਰ ਮੰਗੀ ਵੀ ਜਾਣਗੇ, ਤੇ ਪੈਸੇ ਨਾਮ ਦੇ ਉੱਤੇ ਫਿਰ ਤੁਹਾਡੇ ਨਾਲ ਧੋਖਾ ਕਰਨਗੇ। ਉਹਦੇ 'ਚ ਕੋਈ ਪਾਰਦਰਸ਼ਤਾ ਨਹੀਂ ਹੈ, ਕੋਈ ਟਰਾਂਸਪੇਰੈਂਸੀ ਨਹੀਂ ਹੈ। ਸੋ ਮੂਸੇਵਾਲੇ ਨਾਲ ਵੀ ਇਹੀ ਹੋਇਆ। ਜਦੋਂ ਕੈਨੇਡਾ ਗਿਆ, ਉਹਦੇ ਟੈਲੈਂਟ ਸੀ, ਉਹ ਗਾਉਂਦੇ ਖੁਦ ਸੀਗੇ, ਮਿਊਜ਼ਿਕ ਖੁਦ ਕੰਪੋਜ਼ ਕਰ ਰਹੇ, ਤੇ ਲਿਖ ਵੀ ਖੁਦ ਰਹੇ ਨੇ। ਸੋ ਕਿਸੇ ਕੰਪਨੀ ਨਾਲ ਉਹਨਾਂ ਨੂੰ ਹੋਇਆ। ਉਸ ਟਾਈਮ YouTube ਦਾ ਇੰਨਾ ਸ਼ਾਇਦ ਉਹਨੇ ਪਪੂਲਰ ਨਹੀਂ ਸੀਗੇ ਜੋ ਅੱਜ ਤੁਸੀਂ YouTube ਤੇ ਆਪਣਾ ਇੰਡੀਪੈਂਡੈਂਟ ਬਿਜ਼ਨਸ ਖੜਾ ਕਰ ਸਕਦੇ ਹੋ, ਜਾਂ ਸ਼ਾਇਦ ਅਵੇਅਰਨੈਸ ਨਹੀਂ ਸੀਗੀ। ਸੋ ਉਹਨਾਂ ਨੂੰ ਮਿਊਜ਼ਿਕ ਨੂੰ ਇੱਕ ਲੇਬਲ ਦੀ ਲੋੜ ਹੈ, ਇੱਕ ਪ੍ਰੋਡਕਸ਼ਨ ਕੰਪਨੀ ਦੀ ਲੋੜ ਹੈ। ਸੋ ਉਹਨੂੰ ਹੁੰਦਾ ਯਾਰ ਮੇਰਾ ਇਹ ਗਾਣਾ ਇੱਥੇ ਆ ਜਾਏਗਾ ਐਡੇ ਵੱਡੇ ਦੇ ਉੱਤੇ, ਨਾ, ਇਹ ਫਲਾਣਾ ਫਿਲਮ ਸਟਾਰ ਮੇਰਾ ਕਰ ਦੇਗਾ, ਤਾਂ ਆਪਾਂ ਜਿੱਥੇ ਸਾਈਨ ਕਰੋ ਉੱਥੇ ਸਾਈਨ ਕਰ ਦਿੰਦੇ ਆ। ਐਂਡ ਜਦੋਂ ਤੁਸੀਂ ਸਾਈਨ ਨਹੀਂ ਕਰਦੇ, ਤੁਸੀਂ ਆਪਣੇ ਆਪ ਨੂੰ ਉਹਨਾਂ ਦੀ ਜੇਲ੍ਹ 'ਚ ਸਿੱਟ ਰਹੇ ਹੋ। ਸੋ ਇਨਫੈਕਟ ਬਲਕੌਰ ਜੀ ਨਾਲ ਜਦੋਂ ਮੇਰੀ ਗੱਲ ਹੋਈ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਦੋਂ ਪਿੱਛੇ ਦੇਖਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਨਹੀਂ ਸੀ ਕਰਨਾ ਚਾਹੀਦਾ। ਸੋ ਉਹਨਾਂ ਦੀ ਇੱਕ ਗੱਲ ਹੈ ਜੋ ਮੈਂ ਤਾਂ ਪੱਲੇ ਬੰਨੀ ਹੈ, ਐਂਡ ਤੇ ਉਹਨਾਂ ਦੀ ਗੱਲ ਨੇ ਮੈਨੂੰ ਬਚਾਇਆ ਹੈ। ਮੈਂ ਚਾਹਾਂਗੇ ਸਾਰੇ ਕਰਨ। ਉਹ ਕਰੇ ਵੀ ਕਿਸੇ ਵੀ ਜਗ੍ਹਾ ਤੇ ਸਾਈਨ ਬਿਨਾਂ ਪੜ੍ਹੇ ਉਸੇ ਟਾਈਮ ਨਹੀਂ ਕਰਨੇ, ਬਿਨਾਂ ਪੜ੍ਹੇ, ਬਿਨਾਂ ਚਾਹੇ ਕਰੋੜਾਂ ਰੁਪਏ ਮਿਲ ਰਹੇ ਹੋਣ, ਉਹਨੂੰ ਪੜ੍ਹੋ, ਉਸ 'ਤੇ ਟਾਈਮ ਸਪੈਂਡ ਕਰੋ ਤੇ ਲੀਗਲ ਜ਼ਰੂਰ ਚੈੱਕ ਕਰਾਓ। ਉਹ ਕਹਿੰਦੇ ਜੇ ਅਸੀਂ ਇਹ ਸਾਰਾ ਕੁਝ ਕੀਤਾ ਹੁੰਦਾ ਸਾਡੀ ਕਈ ਸਮੱਸਿਆਵਾਂ ਨਹੀਂ ਸੀ ਹੋਣੀਆਂ। ਸੋ ਉਹਨਾਂ ਦੀ ਗੱਲ ਨੇ ਮੈਨੂੰ ਵੀ ਇੱਕ ਦੋ ਜਗ੍ਹਾ ਬਚਾ ਲਿਆ, ਜਿੱਥੇ ਕਿ ਸ਼ਾਇਦ ਮੈਂ ਵੀ ਜਲਦਬਾਜ਼ੀ ਸਾਈਨ ਕਰਤਾ, ਪਰ ਮੈਨੂੰ ਪੈਨ ਫੜਨ ਵੇਲੇ ਉਹ ਯਾਦ ਆ ਗਿਆ ਵੀ ਇਹ ਇਹਨਾਂ ਦੀ ਗੱਲ ਹੈ ਤੇ ਮੈਂ ਇੱਥੇ ਸਾਈਨ ਨਾ ਕਰਾਂ। ਤੇ ਉਹ ਮੈਨੂੰ 48 ਘੰਟੇ 'ਚ ਹੀ ਪਤਾ ਚੱਲ ਗਿਆ ਕਿ ਮੈਂ ਚੰਗਾ ਕੀਤਾ ਕਿ ਮੈਂ ਉਸ ਬੰਦੇ ਨਾਲ ਕੰਟਰੈਕਟ ਨਹੀਂ ਕੀਤਾ। ਸੋ ਇਹ ਉਹਨਾਂ ਦੀ ਲੈਸਨ ਸੀਗਾ ਜਿਹੜਾ ਉਹਨਾਂ ਨੇ ਕੀਤਾ। ਸੋ ਆਈ ਡੋਂਟ ਨੋ ਹੁਣ ਮਿਊਜ਼ਿਕ ਇੰਡਸਟਰੀ 'ਚ ਤੁਸੀਂ ਜਿਹੜੇ ਫਿਊਚਰ ਯੰਗ ਮਿਊਜ਼ਿਕ ਸਟਾਰਸ ਨੇ ਉਹਨਾਂ ਨੂੰ ਕਿਵੇਂ ਬਚਾਓਗੇ ਇਸ ਗੱਲੋਂ,
ਪਰ ਇਹ ਹੈ ਕਿ ਉਹ ਅਵੇਅਰ ਹੀ ਹੋਣ। ਇੱਕ ਮੈਂ ਗੱਲ ਕੀਤੀ ਸੀਗੀ, ਸਵਾਲ ਨਹੀਂ ਪੁੱਛਿਆ ਸੀਗਾ ਉਸ ਟਾਈਮ ਮੈਂ, ਬੇਸਿਕਲੀ ਕਿ ਕ੍ਰਾਈਮ ਰਿਪੋਰਟਰਸ ਦੇ ਜਿਹੜੇ ਹੈਗੇ ਆ ਕਿ ਇੱਕ ਮਿਥ ਹੈ ਕਿ ਇਹਨਾਂ ਦੇ ਲਿੰਕਸ ਹਰ ਪਾਸੇ ਨੂੰ ਹੁੰਦੇ ਆ, ਹੈ ਨਾ, ਕਿ ਚੰਗਿਆਂ ਨਾਲ ਵੀ ਮਾੜਿਆਂ ਨਾਲ ਵੀ। ਸੋ ਇਹ ਸਹੀ ਹੈ, ਗਲਤ ਹੈ? ਨਹੀਂ, ਇਹਨਾਂ ਕਾਫੀ ਕੁਝ ਫਿਲਮੀ ਹੁੰਦਾ ਹੈਗਾ। ਸੋ ਦੇਖੋ, ਜਿਵੇਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ, ਸੋ ਉਹ ਜੇਲ੍ਹ ਤੋਂ ਇੰਟਰਵਿਊ ਹੋਈ ਹੈਗੀ ਹੈ। ਸੋ ਕੁਝ ਕਹਿੰਦੇ ਜਰਨਲਿਸਟ ਦੇ ਉਹਦੇ ਨਾਲ ਲਿੰਕ ਨੇ, ਇਸ ਗੱਲ ਨੂੰ ਮੈਂ ਨਹੀਂ ਮੰਨਦਾ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਏਗੀ ਜੇ ਲਾਰੈਂਸ ਬਿਸ਼ਨੋਈ ਚਾਹੇਗਾ। ਜਰਨਲਿਸਟ ਜਿੰਨੇ ਮਰਜ਼ੀ ਕੰਟੈਕਟ ਕਰ ਲੈਣ, ਅਸੀਂ ਖੁਦ ਨਹੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ। ਜਰਨਲਿਸਟ ਨੂੰ ਨਾ ਇੱਕ ਥਿਨ ਲਾਈਨ ਹੈ, ਮੈਂ ਪਿਛਲੀ ਇੰਟਰਵਿਊਜ਼ ਵਿੱਚ ਕਿਹਾ, ਇੱਕ ਥਿਨ ਲਾਈਨ ਹੈਗੀ ਹੈ। ਉਹ ਥਿਨ ਲਾਈਨ ਨੂੰ ਜੇ ਤੁਸੀਂ ਕ੍ਰਾਸ ਕਰੋਗੇ ਫਿਰ ਤੁਸੀਂ ਜਰਨਲਿਸਟ ਨਹੀਂ ਰਹੋਗੇ, ਫਿਰ ਤੁਸੀਂ ਪਾਰਟੀ ਬਣ ਜਾਓਗੇ। ਪੁਲਿਸ ਵਾਲਿਆਂ ਨਾਲ ਮੇਰੇ ਇਨਫੈਕਟ ਸੀਨੀਅਰ ਆਫਿਸਰਸ ਨਾਲ ਸ਼ਾਇਦ ਹੀ 1-2 ਨੇ ਸੀਨੀਅਰ ਲੈਵਲ ਤੇ ਜਿਨ੍ਹਾਂ ਨੇ ਮੇਰੇ ਤੇ ਡੈਫੇਮੇਸ਼ਨ ਕੇਸ ਨਹੀਂ ਕੀਤਾ, ਪਰ ਸਟਿਲ ਮੇਰੇ ਉਹ ਅੱਛੇ ਫਰੈਂਡਸ ਨੇ। ਅਸੀਂ ਮਿਲਦੇ ਹਾਂ, ਸਭ ਕੁਝ ਕਰਦੇ ਹਾਂ, ਹੈ ਨਾ, ਮਤਲਬ ਅੱਛੀ ਨਿਊਜ਼ ਵਗੈਰਾ ਦੀ ਇੰਟਰੈਕਸ਼ਨ ਹੁੰਦੀ ਹੈ। ਤੇ ਜਿਹੜੇ ਤੁਹਾਡੇ ਨਾਲ ਕ੍ਰਿਮੀਨਲਸ ਗੈਂਗਸ ਨੇ, ਉਹ ਸਾਰੇ ਨੇ, ਉਹਨਾਂ ਨਾਲ ਮੇਰਾ ਲਿੰਕ ਸਿਰਫ ਇੰਨਾ ਹੀ ਹੈ ਕਿ ਮੈਂ ਉਹਨਾਂ ਨੂੰ ਉਹਨਾਂ ਦੇ ਕ੍ਰਾਈਮ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂ, ਦੈਟ ਇਜ਼ ਇਟ। ਜੇ ਮੈਂ ਉਹਨਾਂ ਨਾਲ ਉੱਠਣ ਬੈਠਣ ਖਾਣ ਪੀਣ ਕਰਨਾ ਸ਼ੁਰੂ ਕਰ ਦਾਂਗਾ, ਫਿਰ ਮੈਂ ਪਾਰਟੀ ਬਣਾਂਗਾ। ਫਿਰ ਮੈਂ ਫਿਊਚਰ 'ਚ ਜਿਹੜਾ ਕੰਮ ਕਰਾਂਗਾ, ਚਾਹੇ ਮੈਂ ਉਹਨੂੰ ਟਰਾਂਸਪੇਰੈਂਟ ਕਰਾਂ, ਅਨਬਾਇਸਡ ਕਰਾਂ, ਪਰ ਉਹਨੂੰ ਕਿਹਾ ਇਹ ਜਾਏਗਾ ਕਿ ਇਹ ਫਲਾਣੇ ਬੰਦੇ ਦੇ ਨਾਲ ਉੱਠਦਾ ਬੈਠਦਾ ਹੈ। ਸੋ ਇਹ ਜਰਨਲਿਸਟ ਨੂੰ ਥਿਨ ਲਾਈਨ ਰੱਖਣੀ ਚਾਹੀਦੀ ਹੈ। ਇਨਫੋਰਮੇਸ਼ਨ ਤੁਹਾਨੂੰ ਮਿਲ ਜਾਂਦੀ ਹੈ, ਪਰ ਉਹਦੇ ਲਈ ਤੁਹਾਨੂੰ ਇੰਨੇ ਜ਼ਿਆਦਾ ਲਿੰਕ ਬਣਾਉਣ ਦੀ ਲੋੜ ਨਹੀਂ ਹੁੰਦੀ ਹੈਗੀ। ਉਹ ਮੈਨੂੰ ਨਹੀਂ ਲੱਗਦਾ ਕਿ ਉਹ ਟਰੂ ਜਰਨਲਿਜ਼ਮ ਰਹੇਗਾ। ਤੇ ਜਿਵੇਂ ਸ਼ੁਰੂ ਦੇ ਵਿੱਚ ਤੁਸੀਂ ਇੱਕ ਗੱਲ ਕਹੀ ਸੀ ਕਿ ਮੈਂ ਸਿੱਧੂ ਮੂਸੇਵਾਲੇ ਨੂੰ ਕਦੇ ਮਿਲਿਆ ਨਹੀਂ ਸੀਗਾ, ਚਾਂਸ ਨਹੀਂ ਮਿਲਿਆ ਸੀ, ਤੇ ਇਹ ਬੁੱਕ ਲਿਖਣ ਤੋਂ ਬਾਅਦ ਹੁਣ ਮਤਲਬ ਕਿ ਹੁੰਦਾ ਮਨ ਦੇ ਵਿੱਚ ਕਿ ਮੈਂ ਕਿਉਂ ਨਹੀਂ ਮਿਲ ਪਾਇਆ ਜਾਂ ਮਿਲਣਾ ਚਾਹੀਦਾ ਸੀ ਮੈਨੂੰ? ਮੇਰੀ ਕਿਤਾਬ ਦਾ ਜਿਹੜਾ ਇੰਟਰੋਡਕਸ਼ਨ ਹੈ, ਆਥਰ ਨੋਟ ਹੁੰਦਾ, ਉਹ ਸਟਾਰਟ ਇਸ ਗੱਲ ਤੋਂ ਹੁੰਦਾ ਹੈ ਕਿ ਮੈਂ ਇਸ ਕਿਤਾਬ ਨੂੰ ਲਿਖਣ ਵੇਲੇ ਇਹੀ ਸੋਚ ਰਿਹਾ ਕਿ ਮੈਂ ਕਿਤਾਬ ਇੱਕ ਜ਼ਿੰਦਾ ਅਲਾਈਵ ਸਿੱਧੂ ਮੂਸੇਵਾਲੇ ਤੇ ਲਿਖਿਆ ਹੁੰਦਾ ਤਾਂ ਮੇਰੇ ਦਿਲ ਨੂੰ ਠੰਡ ਪੈਂਦੀ। ਮੈਂ ਜਿਵੇਂ ਦੱਸ ਰਿਹਾ ਸੀ ਨਾ ਕਿ ਇਹ ਕਿਤਾਬ ਲਿਖਦੇ ਹੋਏ ਮੇਰੇ ਦਿਲ ਨੂੰ ਠੰਡ ਨਹੀਂ ਪਈ। ਸ਼ਾਇਦ ਇਸ ਕਰਕੇ ਨਹੀਂ ਠੰਡ ਪਈ ਬਿਕੋਜ਼ ਜ਼ਖਮ ਬਹੁਤ ਤਾਜ਼ੇ ਸੀਗੇ। ਸ਼ਾਇਦ ਇਸ ਕਰਕੇ ਨਹੀਂ ਠੰਡ ਪਈ ਕਿ ਇੱਕ ਜਵਾਨ ਮੁੰਡਾ ਸੀਗਾ, ਜਸਟਿਸ ਹਾਲੇ ਤੱਕ ਨਹੀਂ ਹੋਇਆ, ਉਹਦੇ ਮਾਪਿਓ ਸੜਕ ਤੇ ਨੇ, ਕੁਐਸਚਨਸ ਨਹੀਂ ਹੋਏ, ਕੁਐਸਚਨਸ ਦੇ ਆਨਸਰਸ ਨਹੀਂ। ਇਹ ਬਹੁਤ ਵੱਡੇ ਸਵਾਲ ਖੜੇ ਕਰਦੇ ਆ ਕਿ ਪੇਰੈਂਟਸ ਅੱਜ ਤੱਕ ਮੰਗ ਕਰ ਰਹੇ ਨੇ ਐਡਾ ਵੱਡਾ ਸਟਾਰ ਹੋਵੇ ਜਿਹਨੇ ਕਿ ਪੰਜਾਬ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਪਹੁੰਚਾਇਆ ਹੋਵੇ, ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ, ਪੰਜਾਬੀ ਗੀਤਾਂ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ ਹੋਵੇ, ਰਿਪਰੈਜ਼ੈਂਟ ਕਰਦਾ ਹੋਵੇ ਪੂਰੇ ਪੰਜਾਬ ਨੂੰ, ਹੈ ਨਾ। ਸੋ ਉਹਦੇ ਪੇਰੈਂਟਸ ਅੱਜ ਇੱਦਾਂ ਸੜਕਾਂ ਦੇ ਉੱਤੇ ਉਤਰ ਕੇ ਇਨਸਾਫ ਦੀ ਮੰਗ ਕਰਦੇ ਹੋਣ, ਬਹੁਤ ਵੱਡੀ ਗੱਲ ਹੈ ਔਰ ਦੁਖਾਂਤ ਹੈ ਇੱਕ। ਬਿਲਕੁਲ। ਐਂਡ ਉਹ ਮੇਰੇ ਨਾ ਮਤਲਬ ਮੈਂ ਬਹੁਤ ਟਰਾਮਾਟਾਈਜ਼ਡ ਰਿਹਾ। ਮੈਂ ਪਹਿਲੀ ਕਿਤਾਬ ਹੈ ਜਿਸ 'ਚ ਮੈਂ ਬਿਮਾਰ ਹੋਇਆ ਹੈਗਾ। ਮੈਂ 10 ਕਿਲੋ ਵੇਟ ਲੂਜ਼ ਕੀਤਾ ਹੈਗਾ ਐਂਡ ਮੇਰੇ ਲਈ 2 ਮਹੀਨੇ ਘਰੋਂ ਨਿਕਲਣਾ ਅਲੱਗ ਮੁਸ਼ਕਿਲ ਹੋਇਆ ਸੀ। ਮੈਂ ਇੰਨਾ ਜ਼ਿਆਦਾ ਬਿਮਾਰ ਸੀ। ਉਸੇ ਦੌਰਾਨ ਇਸ ਬੁੱਕ ਦੀ ਐਡੀਟਿੰਗ ਚੱਲ ਰਹੀ ਸੀ, ਪਬਲਿਸ਼ਿੰਗ ਦਾ ਫਾਈਨਲ ਫੇਜ਼ ਸੀ। ਸੋ ਇਹ ਬਹੁਤ ਮੁਸ਼ਕਿਲ ਬੁੱਕ ਸੀ ਮੇਰੇ ਲਈ ਲਿਖਣੀ। ਚਲੋ, ਅੱਜ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹੋਏ, ਤੇ ਟਾਈਮ ਦਾ ਵੀ ਪਤਾ ਲੱਗਿਆ। ਸੋ ਲਾਸਟ ਇੱਕ ਗੱਲ ਦੱਸ ਦਿਓ ਕਿ ਹੋਰ ਅਗਲਾ ਐਡੀਸ਼ਨ ਵੀ ਇਸ ਬੁੱਕ ਦਾ ਕੋਈ ਤਿਆਰ ਹੈਗਾ ਜਾਂ ਕਰ ਰਹੇ ਹੋ ਅੱਗੇ ਕੁਝ ਰਿਸਰਚ? ਜੀ ਮੇਰੀ ਇਸ ਤੇ ਰਿਸਰਚ ਚੱਲ ਰਹੀ ਹੈ। ਇਨਫੈਕਟ ਬੁੱਕ ਪਬਲਿਸ਼ ਹੋਣ ਤੋਂ ਪਹਿਲਾਂ ਹੀ ਮੇਰੀ ਰਿਸਰਚ ਚੱਲ ਰਹੀ ਸੀ, ਨਾ ਸਿਰਫ ਇਸ ਤੇ। ਸੋ ਮੇਰੇ ਕੋਲ ਕੁਝ ਹੋਰ ਕ੍ਰਾਈਮ ਦੀ ਇਨਵੈਸਟੀਗੇਸ਼ਨਸ ਹੈ, ਉਹਨਾਂ ਤੇ ਵੀ ਮੇਰਾ ਕੰਮ ਚੱਲ ਰਿਹਾ ਹੈਗਾ। ਪਰ ਮੇਰੀ ਇੱਛਾ ਹੈ ਕਿ ਮੈਂ ਉਸ ਤੋਂ ਪਹਿਲਾਂ ਮੇਰੇ ਕੋਲ ਇੱਕ ਲਵ ਸਟੋਰੀ ਦੀ ਮੈਨੂਸਕ੍ਰਿਪਟ ਹੈ, ਸੋ ਮੈਂ ਉਸ ਤੇ ਵਰਕ ਕਰ ਰਿਹਾ, ਰੋਮਾਂਟਿਕ ਸਟੋਰੀ, ਫਿਕਸ਼ਨ ਡਰਮ, ਬਿਕੋਜ਼ ਮੇਰੀ ਸਾਰੀ ਬੁੱਕਸ ਨੌਨ ਫਿਕਸ਼ਨ ਨੇ, ਟਰੂ ਇਵੈਂਟਸ ਹੈਗੇ ਨੇ, ਹਰੇਕ ਦੇ ਵਿੱਚ ਜ਼ਿਆਦਾਤਰ ਮਰਡਰਸ ਐਂਡ ਆਲ ਹੈ। ਸੋ ਮੈਂ ਇੱਕ ਲਵ ਸਟੋਰੀ ਹੈ ਜੋ ਮੇਰੇ ਦਿਲ 'ਚ ਬੈਠੀ ਹੋਈ, ਮੈਂ ਉਹਦੇ ਬਾਰੇ ਲਿਖਣਾ ਚਾਹੁੰਦਾ। ਮੈਂ ਕਾਫੀ ਉਸ ਨੂੰ ਲਿਖ ਲਿਆ ਹੈ, ਪਰ ਐਟ ਦੀ ਸੇਮ ਟਾਈਮ ਬਹੁਤ ਡਿਮਾਂਡ ਹੈ ਅਬਾਊਟ ਦੀ ਰਿਵਾਈਜ਼ਡ ਐਡੀਸ਼ਨ ਫॉर ਦਿਸ ਬੁੱਕ। ਉਹ ਤਾਂ ਕਰਨਾ ਹੀ ਪਏਗਾ, ਉਹਦੀ ਰਿਸਰਚ ਚੱਲ ਰਹੀ ਹੈ। ਤੇ ਹੁਣ ਕਾਫੀ ਜ਼ਿਆਦਾ ਹੈਲਪ ਵੀ ਹੋ ਜੂਗੀ ਵੈਸੇ ਵੀ, ਕਿਉਂਕਿ ਕਾਫੀ ਡਾਟਾ ਤੁਹਾਨੂੰ ਹੋਰ ਵੀ ਹੁਣ ਮਿਲ ਗਿਆ ਹੋਊਗਾ। ਆਈ ਹੋਪ ਸੋ ਜੀ, ਆਈ ਹੋਪ ਸੋ ਕਿ ਲੋਕਾਂ ਦੇ ਵਿੱਚ ਨਾ ਥੋੜਾ ਟਰਸਟ ਆਇਆ, ਥੋੜਾ ਉਹਨਾਂ ਨੂੰ ਬਿਲੀਫ ਆਇਆ ਕਿ ਜੋ ਇਹ ਕਹਿ ਰਿਹਾ ਸੀ ਉਹਨੇ ਕਰ ਦਿੱਤਾ। ਪਹਿਲਾਂ ਤਾਂ ਮੰਨਦੇ ਨਹੀਂ ਸੀ ਵੀ ਯਾਰ ਪਤਾ ਨਹੀਂ ਛਪੇਗੀ, ਕੌਣ ਛਾਪੇਗਾ, ਕਿੱਦਾਂ। ਸੋ ਆਈ ਹੈਵ ਡਿਲੀਵਰਡ ਇਟ, ਲੈਟ ਅਸ ਸੀ। ਤੁਹਾਡੇ ਚੈਨਲ ਦੇ ਥਰੂ ਆਈ ਹੋਪ ਬਹੁਤ ਜ਼ਿਆਦਾ ਤੁਹਾਡੀ ਰੀਚ ਹੈ। ਸੋ ਮੈਨੂੰ ਲੱਗਦਾ ਹੈ ਕਿ ਮੈਂ
ਉਹਨਾਂ ਲੋਕਾਂ ਤੱਕ ਪਹੁੰਚਾਂਗਾ ਜਿੱਥੇ ਮੈਂ ਹਜੇ ਤੱਕ ਨਹੀਂ ਪਹੁੰਚ ਪਾਇਆ। ਸੋ ਥੈਂਕ ਯੂ ਸੋ ਮਚ, ਤੁਸੀਂ ਅੱਜ Thanks ਟਾਈਮ to ਦਿੱਤਾ you. ਤੇ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਉਮੀਦ ਕਰਦੇ ਹਾਂ ਕਿ ਜਲਦੀ ਮੁਲਾਕਾਤ ਕਰਾਂਗੇ ਤੁਹਾਡੀ, ਜਦੋਂ ਕੋਈ ਹੋਰ ਨਵੀਂ ਬੁੱਕ ਜਦੋਂ ਵੀ ਤੁਹਾਡੀ ਅਗਲੀ ਆਂਦੀ ਹੈਗੀ ਹੈ। ਸੋ ਥੈਂਕ ਯੂ ਸੋ ਮਚ ਇੱਕ ਵਾਰ ਫਿਰ। ਸੋ ਕਿਵੇਂ ਦੀ ਲੱਗੀ ਇਹ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਸੱਤ ਰੰਗ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਲਾਸਟ ਵਿੱਚ ਹੂ ਕਿਲਡ ਮੂਸੇਵਾਲਾ ਬੁੱਕ ਉਹ ਆ ਚੁੱਕੀ ਹੈ ਮਾਰਕੀਟ ਦੇ ਵਿੱਚ, ਜ਼ਰੂਰ ਬਾਏ ਕਰੋ ਤੇ ਪੜ੍ਹੋ ਤਾਂ ਕਿ ਤੁਹਾਨੂੰ ਬਹੁਤ ਸਾਰੀਆਂ ਜਾਣਕਾਰੀ ਜਿਹੜੀਆਂ ਹੈਗੀਆਂ ਇਸ ਇੰਟਰਵਿਊ ਦੇ ਵਿੱਚ ਕਾਫੀ ਕੁਝ ਪਤਾ ਲੱਗਿਆ, ਬਟ ਹੋਰ ਜਿਹੜੀਆਂ ਜਾਣਕਾਰੀਆਂ ਰਹਿ ਗਈਆਂ ਉਸ ਬੁੱਕ ਦੇ ਥਰੂ ਪਤਾ ਲੱਗਣ। ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ, ਦਿਓ ਆਗਿਆ।